ਹੈਲੋ ਬੱਚਿਓ, ਅੱਜ ਆਪਾਂ ਰਿਟਾਇਰਮੈਂਟ ਐਂਡ ਡੈਥ ਆਫ ਪਾਰਟਨਰਸ਼ਿਪ ਦਾ ਆਲਮੋਸਟ ਲਾਸਟ ਟੌਪਿਕ ਕਰਨ ਜਾ ਰਹੇ ਹਾਂ, ਉਹ ਵੀ ਇੱਕ ਪ੍ਰੈਕਟੀਕਲ ਪ੍ਰੋਬਲਮ ਦੇ ਨਾਲ। ਹਾਊ ਟੂ ਪ੍ਰਿਪੇਅਰ ਪਾਰਟਨਰ ਐਗਜ਼ੀਕਿਊਟਰ ਅਕਾਊਂਟ ਔਰ ਪਾਰਟਨਰ ਲੋਨ ਅਕਾਊਂਟ। ਪਹਿਲੀ ਗੱਲ ਤਾਂ ਇਹ ਹੁੰਦੇ ਕੀ ਨੇ, ਪਾਰਟਨਰ ਲੋਨ ਅਕਾਊਂਟ ਤੇ ਪਾਰਟਨਰ ਐਗਜ਼ੀਕਿਊਟਰ ਅਕਾਊਂਟ ਇਹ ਉਦੋਂ ਖੁੱਲ੍ਹਦੇ ਨੇ ਬੱਚੇ ਜਦੋਂ ਇੱਕ ਪਾਰਟਨਰ ਰਿਟਾਇਰ ਹੋ ਗਿਆ ਜਾਂ ਡੈਥ ਹੋ ਗਈ, ਉਹਦੀ ਕੁਛ ਨਾ ਕੁਛ ਅਮਾਊਂਟ ਰਹਿ ਗਈ। ਸਪੋਜ਼ ਕਰੋ ਇਹ ਪਰਸਨ ਏ ਆ, ਉਹ ਰਿਟਾਇਰ ਹੋ ਗਿਆ, ਬਟ ਉਹਦੀ ਜਿਹੜੀ ਆਪਾਂ ਲਾਸਟ ਕੁਐਸਚਨ 'ਚ ਲਾਸਟ ਵੀਡੀਓ 'ਚ ਵੀ ਦੇਖਿਆ ਸੀ, ਉਹਦੀ ਕੋਈ ਅਮਾਊਂਟ ਬੈਲੈਂਸਿੰਗ ਰਹਿ ਜਾਂਦੀ ਜਿਹਨੂੰ ਆਪਾਂ ਲੋਨ ਅਕਾਊਂਟ 'ਚ ਟ੍ਰਾਂਸਫਰ ਕਰ ਦਿੰਦੇ ਹਾਂ। ਸੋ ਉਹ ਜਿਹੜੇ ਪੈਸੇ ਆ, ਸਪੋਜ਼ ਕਰੋ ਵੀ 1,21,000, 1,20,000, 1,30,000, ਸਪੋਜ਼ ਕਰੋ 1.5 ਲੱਖ ਰੁਪਈਆ ਰਹਿ ਗਿਆ ਫਰਮ ਕਰਨੀ। ਹੁਣ ਫਰਮ ਕੀ ਆ, ਇੰਨਾ ਕਲੈਕਟਿਵ ਪੈਸਾ ਇਕੱਠਾ ਨਹੀਂ ਦੇ ਪਾਉਂਦੀ। ਉਹ ਕਹਿੰਦੀ ਹੈ ਕਿ ਅਸੀਂ ਤੁਹਾਨੂੰ ਹੌਲੀ ਹੌਲੀ ਕਰਕੇ ਪੇਮੈਂਟ ਕਰ ਦਾਂਗੇ ਤੇ ਵਿਦ ਇੰਟਰਸਟ। ਅਫਕੋਰਸ ਇੱਕ ਬੰਦਾ ਕਹਿ ਰਿਹਾ ਚੱਲ ਭਾਈ ਤੂੰ ਮੇਰੇ ਪੈਸੇ ਰੱਖ ਲਾ, ਥੋੜੇ ਟਾਈਮ ਬਾਅਦ ਦੇ ਦੀ, ਤਾਂ ਉਹ ਐਕਸਪੈਕਟ ਕਰ ਰਿਹਾ ਹੁੰਦਾ ਵੀ ਉਹ ਕੁਛ ਨਾ ਕੁਛ ਵਿਆਜ ਲੱਗ ਕੇ ਮਿਲੂਗਾ ਮੈਨੂੰ। ਜਿਵੇਂ ਆਪਾਂ ਬੈਂਕ 'ਚ ਪੈਸਾ ਜਮ੍ਹਾਂ ਕਰਾਉਂਦੇ ਤਾਂ ਆਪਾਂ ਐਕਸਪੈਕਟ ਕਰਦੇ ਹਾਂ ਵੀ FD ਕਰਵਾਈ ਹੈ ਤਾਂ ਸਾਨੂੰ ਵਿਆਜ ਜ਼ਰੂਰ ਲੱਗੂ, ਤਾਂ ਹੀ ਆਪਾਂ ਉੱਥੇ ਪੈਸਾ ਜਮ੍ਹਾਂ ਕਰਾਉਂਦੇ ਨਾ, ਨਹੀਂ ਤਾਂ ਆਪਣੇ ਕੋਲ ਹੀ ਰੱਖ ਲਈਏ। ਸੇਮ ਬਿਜ਼ਨਸ ਦੇ ਅੰਦਰ ਜਦੋਂ ਕੋਈ ਪਾਰਟਨਰ ਰਿਟਾਇਰ ਹੋ ਜਾਂਦਾ, ਉਹ ਕਹਿੰਦਾ ਚਲੋ ਕੋਈ ਨਹੀਂ, ਆਪਣੀ ਇੰਨੀ ਪੁਰਾਣੀ ਡੀਲਿੰਗ ਆ ਤੇ ਤੁਸੀਂ ਕੋਈ ਨਹੀਂ ਮੈਨੂੰ 2 ਲੱਖ ਰੁਪਇਆ ਜਿਹੜਾ ਰਹਿ ਗਿਆ ਉਹ ਹੌਲੀ ਹੌਲੀ ਦੇ ਦਿਓ। ਚਾਹੇ ਉਹ ਪਾਰਟਨਰ ਡੈਥ ਹੋ ਗਈ ਤਾਂ ਮਤਲਬ ਉਹਦੇ ਨੋਨ ਰਿਲੇਟਿਵ ਵਟ ਐਵਰ ਜਿਵੇਂ ਵੀ ਆ, ਹੌਲੀ ਉਹ ਕੰਫਰਮ ਕਹਿੰਦੇ ਕਿ ਅਸੀਂ ਤੁਹਾਨੂੰ ਪੈਸੇ ਹੌਲੀ ਹੌਲੀ ਦੇ ਦਾਂਗੇ ਔਰ ਦੇ ਦਾਂਗੇ ਵਿਦ ਇੰਟਰਸਟ। ਤਾਂ ਹੀ ਆਪਾਂ ਕਹਾਂਗੇ ਓਕੇ ਸਾਨੂੰ ਤਾਂ ਫਾਇਦਾ ਹੀ ਆ, ਚਲੋ ਜਿੰਨਾ ਕੁ ਵੀ ਹੋ ਗਿਆ। ਚਾਹੇ ਹੁਣ ਬੰਦਾ ਡੈਥ ਹੋ ਗਈ ਪਰ ਜੋ ਪੈਸਾ ਤਾਂ ਆ ਰਿਹਾ, ਵਟ ਐਵਰ ਇੰਟਰਸਟ ਤਾਂ ਮਿਲੂਗਾ ਸਾਨੂੰ। ਸੋ ਹੁੰਦਾ ਕੀ ਆ, ਉਹ ਜਿਹੜਾ ਪੈਸਾ ਬੱਚੇ ਆਪਾਂ ਨੂੰ ਮਿਲੂਗਾ ਉਹਨੂੰ ਆਪਾਂ ਕਿਤੇ ਕਿਤੇ, ਹੁਣ ਜਿਹੜੀ ਫਰਮ ਆ ਉਹਦਾ ਕੋਈ ਅਕਾਊਂਟ ਤਾਂ ਰੱਖੂਗੀ ਨਾ, ਹਿਸਾਬ ਕਿਤਾਬ ਤਾਂ ਰੱਖਣਾ ਹੀ ਪੈਣਾ ਨਾ। ਤਾਂ ਉਹ ਜਿਹੜਾ ਫਰਮ ਨਾ ਇੱਕ ਖਾਤਾ ਖੋਲ ਦਿੰਦੀ ਆ, ਉਹਨੂੰ ਕਹਿੰਦੇ ਆ ਪਾਰਟਨਰ ਐਗਜ਼ੀਕਿਊਟਰ ਅਕਾਊਂਟ ਜਾਂ ਪਾਰਟਨਰ ਲੋਨ ਅਕਾਊਂਟ। ਇਹ ਨਾਮ ਹੀ ਅਲੱਗ ਅਲੱਗ ਆ, ਆਲਮੋਸਟ 99.9% ਸੇਮ ਆ, 100% ਹੀ ਕਹਿ ਲਓ ਕਿ ਸੇਮ ਆ, ਦੋਨਾਂ 'ਚ ਸੇਮ ਐਂਟਰੀਆਂ ਪੈਂਦੀਆਂ। ਕਲੀਅਰ ਬੱਚੋ? ਸੋ ਇਹ ਚੀਜ਼ ਪਤਾ ਲੱਗੀ ਕਿ ਇਹ ਕਦੋਂ ਖੁੱਲਦੇ ਆ, ਪਾਰਟਨਰ ਲੋਨ ਅਕਾਊਂਟ ਔਰ ਐਗਜ਼ੀਕਿਊਟਰ ਅਕਾਊਂਟ ਉਦੋਂ ਖੁੱਲਦੇ ਨੇ ਜਦੋਂ ਕਿਸੇ ਪਾਰਟਨਰ ਡੈਥ ਹੋ ਜਾਵੇ ਤੇ ਉਹਦੀ ਅਮਾਊਂਟ ਪੈਂਡਿੰਗ ਪਈ ਹੋਵੇ ਫਰਮ ਦੇ ਅੰਦਰ, ਦੈਨ ਉਹ ਜਿਹੜੀ ਅਮਾਊਂਟ ਆ ਫਰਮ ਪੇ ਆਊਟ ਕਰਨ ਦੇ ਲਈ ਇੱਕ ਅਲੱਗ ਖਾਤਾ ਖੋਲ ਦਿੰਦੀ ਆ। ਆਹ ਬੰਦੇ ਹਿਸਾਬ ਕਿਤਾਬ ਆ ਜਿਹੜਾ ਅਸੀਂ 2 ਲੱਖ ਰੁਪਏ ਦਾ ਰਹਿ ਗਿਆ ਉਹ ਇਸ ਅਕਾਊਂਟ 'ਚ ਕਰਾਂਗੇ ਤੇ ਵਿਦ ਇੰਟਰਸਟ। ਸੋ ਇਹਦੇ ਅੰਦਰ ਕਿਵੇਂ ਕਿਵੇਂ ਕੈਲਕੂਲੇਸ਼ਨ ਹੁੰਦੀ ਆ, ਇਹਦੇ ਰਿਲੇਟਿਡ ਮੈਂ ਇੱਕ ਪ੍ਰੈਕਟੀਕਲ ਕੁਐਸਚਨ ਲਿਆ ਤਾਂ ਕਿ ਤੁਹਾਨੂੰ ਈਜ਼ੀਲੀ ਸਮਝ ਲੱਗ ਜਾਵੇ। ਆਓ ਸਟਾਰਟ ਕਰਦੇ ਹਾਂ। ਸੋ ਬੱਚੇ ਆਹ ਇੱਕ ਕੁਐਸਚਨ ਆਪਾਂ ਇਹਨੂੰ ਰੀਡ ਆਊਟ ਕਰਦੇ ਹਾਂ, ਚੰਗੀ ਤਰ੍ਹਾਂ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਹੈ ਕਿ ਮੈਂ ਕੋਸ਼ਿਸ਼ ਕੀਤੀ ਹੈ ਇਹਦੇ ਅੰਦਰ ਕਿ ਤੁਹਾਡਾ ਟੌਪਿਕ ਪੂਰਾ ਕਵਰ ਹੋ ਜਾਵੇ। ਸਟਾਰਟ ਕਰਦੇ ਹਾਂ ਬੱਚੇ। ਇੱਥੇ 3 ਪਾਰਟਨਰਸ ਨੇ, ਠੀਕ ਹੈ ਜੀ, ਔਰ ਆਹ ਉਹਨਾਂ ਦੀ ਬੈਲੈਂਸ ਸ਼ੀਟ ਦਿੱਤੀ ਹੋਈ ਆ ਔਰ ਫਿਰ ਇੱਧਰ ਰਾਈਟ ਹੈਂਡ ਸਾਈਡ ਪੂਰੀ ਡਿਟੇਲ ਦਿੱਤੀ ਹੈ ਐਡਜਸਟਮੈਂਟਸ ਦੇ ਨਾਲ। ਸੋ ਇਹ ਕੀ ਕੁਐਸਚਨ ਆ ਪੜ੍ਹੀਏ। ਕਹਿੰਦਾ RST were partners sharing a profit loss with the ratio 5:3:2। ਕਹਿੰਦਾ ਜੀ ਇਹ 2-3 ਪਾਰਟਨਰ ਨੇ, ਇਹਨਾਂ ਦੀ ਜਿਹੜੀ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਕਿੰਨੀ ਆ, 5:3:2 ਰਿਸਪੈਕਟਿਵਲੀ। ਤੇ 31 ਮਾਰਚ 2018 ਦੀ ਆਪਾਂ ਨੂੰ ਬੈਲੈਂਸ ਸ਼ੀਟ ਦਿੱਤੀ ਆ, ਠੀਕ ਹੈ ਜੀ। ਔਰ ਆ 31 ਮਾਰਚ 2018 ਦੀ ਬੈਲੈਂਸ ਸ਼ੀਟ ਆ। ਕਹਿੰਦਾ ਜੀ T died on 1 ਅਗਸਤ 2018। ਟੀ ਮਰ ਗਿਆ ਤੇ ਇਟ ਵਾਜ਼ ਐਗਰੀਡ ਦੈਟ ਕਿ ਉਹਦੀ ਗੁੱਡਵਿਲ ਆ ਜਿਹੜੀ ਉਸ ਟਾਈਮ ਦੀ ਆਪਣੀ ਫਰਮ ਦੇ ਅੰਦਰ, ਜੋ ਉਸ ਟਾਈਮ ਉਹਦੀ ਡੈਥ ਹੋਣ ਤੋਂ ਬਾਅਦ ਜਿਹੜੀ ਵੈਲਿਊਡ ਕੈਲਕੂਲੇਟ ਕੀਤੀ ਗਈ, ਸੋ ਪਿਛਲੇ 4 ਸਾਲਾਂ ਦੀ ਵਟ ਐਵਰ ਐਵਰੇਜ ਪੀਰੀਅਡ ਦੇ ਨਾਲ ਆਪਾਂ ਕੈਲਕੂਲੇਟ ਕਰਨੀ ਆ। B ਪੁਆਇੰਟ ਕਹਿ ਰਿਹਾ ਕਿ ਮਸ਼ੀਨਰੀ ਦੀ ਜਿਹੜੀ ਵੈਲਿਊ 1,40,000 ਹੋ ਗਈ, ਜਿਹੜੀ ਕਿ ਆਪਾਂ ਨੂੰ ਕੁਐਸਚਨ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ 1.5 ਲੱਖ ਰੁਪਏ ਦੀ ਆ। ਐਸਟ ਇਨਕਰੀਜ਼ ਡਿਕਰੀਜ਼ ਦੀ ਗੱਲ ਆ। ਪੇਟੈਂਟਸ ਦਿੱਤੇ ਆ ਆਪਾਂ ਨੂੰ, ਪੇਟੈਂਟਸ 40,000 ਦੇ ਹੋ ਗਏ, 10,000 ਵੱਧ ਗਿਆ। ਲੀਜ਼ ਹੋਲਡ ਪ੍ਰੋਪਰਟੀ, ਲੀਜ਼ ਹੋਲਡ ਪ੍ਰੋਪਰਟੀ ਆਪਾਂ ਨੂੰ 1 ਲੱਖ ਦੀ ਸੀਗੀ, ਇੱਥੇ 1,25,000 ਦੀ ਹੋ ਗਈ। ਸੋ ਇਹ ਸਾਰਾ ਕੁਝ 1 ਅਗਸਤ 2018 ਦਾ ਜਦੋਂ ਪਾਰਟਨਰ ਡੈਥ ਹੋ ਗਈ। ਨੈਕਸਟ ਜਿਹੜਾ C ਪੁਆਇੰਟ ਆ, ਫॉर द पर्पस ऑफ अ T शेयरिंग इन द प्रॉफिट ऑफ 2018-19 ਦਾ ਪ੍ਰੋਫਿਟ ਆਫ 2018 ਉਹਨੇ ਟੇਕਨ ਟੂ ਬੀ ਐਕਵਾਇਰਡ ਔਨ ਦਾ ਸੇਮ ਸਕੇਲ ਦੈਟ 17-18। ਇਹ ਨਵਾਂ ਪੁਆਇੰਟ ਆਇਆ ਤੁਹਾਡੇ ਲਈ, ਇਸ ਚੀਜ਼ ਨੂੰ ਸਮਝੋ ਹੁੰਦਾ ਕੀ ਆ। ਆਪਾਂ ਇਹਨੂੰ ਦੁਬਾਰਾ ਪੜਾਂਗੇ, ਬਟ ਮੈਂ ਤੁਹਾਨੂੰ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਗੱਲ ਦੱਸਦਾ ਕਿ ਆਪਣਾ T ਪਾਰਟਨਰ ਆ ਜਿਹੜਾ ਉਹ ਕਦੋਂ ਮਰਿਆ, 1 ਅਗਸਤ ਨੂੰ, 1 ਅਗਸਤ 2018 ਨੂੰ। ਆਪਣੀ ਬੈਲੈਂਸ ਸ਼ੀਟ ਦਿੱਤੀ ਆ 31 ਮਾਰਚ 2018 ਦੀ। ਮਾਰਚ ਤੋਂ ਬਾਅਦ, ਅਪ੍ਰੈਲ ਤੋਂ ਬਾਅਦ ਨਵਾਂ ਸੈਸ਼ਨ ਸਟਾਰਟ ਹੋ ਗਿਆ,
अप्रैल मई जून जुलाई अगस्त तो चलो स्टार्टिंग च डेथ हो गई है ना। अप्रैल मई जून जुलाई 4 महीने वो बंदे ने थोड़े नाल काम किया, 4 महीने कुछ तो प्रॉफिट कमाया हो, बट आप कैलकुलेट नहीं कर सकते क्योंकि असीं तां प्रॉफिट साल के एंड च जाके कैलकुलेट करते हैं। फिर होऊगा कि बच्चे आपां की करांगे, कंपनी की है जी डिसाइड कर लैंदी आ कि चलो जिहड़ा इस साल का 4 महीनों का प्रॉफिट आ आपां ये मन के चलदे भी जो पिछले 18 की गल करें ना भी टी तो 18 नूं मरिया ना, 2018 च मरिया ना, तो जो 2017 दे विच 4 महीनों च यह प्रॉफिट होया होगा, आप उस हिसाब नाल इस साल का मन के चल रहे उन्ना की प्रॉफिट होया होगा। क्लीयर बच्चे? सो मेरी गल समझ लगी थोनू? ये मैं दोबारा देखो कुछ लाइन पढ़ो, सी पॉइंट अपना नाम आया फॉर द परपस ऑफ टीज शेयर इन द प्रॉफिट 2018-19 मतलब इत्थे 1 अप्रैल 2018 तो लैके 1 अगस्त 2018 तक जिहड़े 4 महीने वो रहा वो 4 महीनों का प्रॉफिट। क्लीयर? वो 4 महीने देखो इत्थे लिखा है टी 1 अगस्त नूं मर गया 2018 तो 1 अप्रैल तो लैके अगस्त तक तो उन्हें काम किया ही है ना। सो उस टाइम पीरियड का वो जिहड़े 4 महीने बने अप्रैल मई जून जुलाई अगस्त चलो स्टार्टिंग हो गया ना, वो 4 महीने का प्रॉफिट आप किवें कैलकुलेट करना? द प्रॉफिट 2018 शुड बी टेकन टू द एक्वायर्ड ऑन द सेम स्केल। सेम स्केल मतलब जिन्ना उस साल दे विच किस साल च 17-18 च आपां लिया सीगा उस हिसाब दे नाल आपां इस साल का प्रॉफिट ले लेना। क्लीयर बच्चो? आई होप थोनू ये चीज़ क्लीयर होगी कि जो 2017-18 दे विच पूरे साल का प्रॉफिट सी ਉਹਦੇ 4 ਮਹੀਨਿਆਂ ਦਾ ਪ੍ਰੋਫਿਟ ਆਪਾਂ ਇੱਥੇ ਲੈ ਲਾਂਗੇ, ਮੰਨ ਕੇ ਚੱਲਾਂਗੇ ਵੀ ਉਹੀ ਆ ਜਿਹੜੇ 4 ਮਹੀਨੇ ਲੰਘੇ ਟੀ ਨੇ ਸਾਡੇ ਬਿਜ਼ਨਸ 'ਚ ਇੰਨਾ ਕੁ ਸਾਡੇ ਨਾਲ ਹੈਲਪ ਕੀਤੀ, ਪ੍ਰੋਫਿਟ ਹੋ ਗਿਆ ਤੇ ਅਸੀਂ ਟੀ ਦਾ ਸ਼ੇਅਰ ਕੱਢ ਕੇ ਉਹਨੂੰ ਦੇ ਦਾਂਗੇ, ਮਤਲਬ ਜੋ ਵੀ ਮਤਲਬ ਜਿਹਦੇ ਨਾਲ ਹਿਸਾਬ ਕਿਤਾਬ ਕਰਨਾ ਆਪਾਂ। ਸੋ ਨੈਕਸਟ ਕਹਿੰਦਾ ਅ ਸਮ ਆਫ 21,000 ਰੁਪਇਆ ਤਾਂ ਕਹਿੰਦਾ ਆਪਾਂ ਇਮੀਡੀਏਟਲੀ ਪੇ ਕਰਤਾ ਟੂ ਦ ਐਗਜ਼ੀਕਿਊਟਰਸ ਆਫ ਦ ਟੀ। ਐਗਜ਼ੀਕਿਊਟਰਸ ਕਹਿ ਲਓ ਵੀ ਜਿਹੜਾ ਮਤਲਬ ਹੁਣ ਨੋਮੀਨੀ ਕਹਿ ਲਓ ਇੱਕ ਤਰੀਕੇ ਨਾਲ ਕਿ ਨੋਮੀਨੀ ਆਪਾਂ ਜਿਹਦੇ ਨਾਲ ਆਪਾਂ ਹਿਸਾਬ ਕਿਤਾਬ ਕਰਨਾ ਵਾ। ਐਂਡ ਦਾ ਬੈਲੈਂਸ ਟੂ ਬੀ ਆ ਪੇਡ ਇਨ ਦ 4 ਇੰਸਟਾਲਮੈਂਟਸ। ਲਾਸਟ ਕੁਐਸਚਨ ਦੇ ਵਿੱਚ ਕੀ ਸੀਗਾ, ਆਪਾਂ ਨੂੰ ਕਹਿਤਾ ਕਿ ਲੋਨ ਕ੍ਰੀਏਟ ਕਰ ਦਿਓ, ਦੱਸਿਆ ਨਹੀਂ ਸੀਗਾ। ਇੱਥੇ ਨੂੰ ਕਹਿਤਾ ਵੀ ਜਿਹੜਾ ਲੋਨ ਆ ਜਾਂ ਵਟਐਵਰ ਜਿਹੜਾ ਵੀ ਆਪਾਂ ਐਗਜ਼ੀਕਿਊਟਰ ਅਕਾਊਂਟ ਬਣਾਉਣਾ ਤਾਂ ਉਹਨੇ 4 ਸਾਲਾਂ ਦੇ ਵਿੱਚ ਆਪਾਂ ਪੇਮੈਂਟ ਕਰਨੀ, 4 ਇਕੁਅਲ ਇੰਸਟਾਲਮੈਂਟਸ ਦੇ ਵਿੱਚ ਪੇਮੈਂਟ ਕਰਨੀ ਆ। ਜੇ 1 ਲੱਖ ਰੁਪਇਆ 25,000 ਰੁਪਈਆ, ਜੇ 4 ਲੱਖ ਰੁਪਇਆ ਲੱਖ ਰੁਪਈਆ। ਕਲੀਅਰ? ਬਟ ਨਾਲ ਉਹਨੇ ਇੱਕ ਗੱਲ ਹੋਰ ਕਹਿਤੀ, ਕਹਿੰਦਾ ਹਾਫ ਈਅਰਲੀ ਇੰਸਟਾਲਮੈਂਟ ਟੂਗੈਦਰ ਵਿਦ ਦ ਇੰਟਰਸਟ। ਕਹਿੰਦਾ ਆਪਾਂ ਉਹਦੇ ਤੇ ਵਿਆਜ ਵੀ ਲਾ ਕੇ ਦੇਣਾ ਹਾਫ ਈਅਰਲੀ, ਨਾਲ ਪੇ ਆਊਟ ਕਰਨਾ 10% ਪਰ ਐਨਮ ਰਿਕਾਰਡ ਦਾ ਅਬਵ ਟ੍ਰਾਂਜੈਕਸ਼ਨ ਐਂਡ ਪ੍ਰੀਪੇਅਰ ਦਾ ਟੀ ਐਗਜ਼ੀਕਿਊਟਰ ਅਕਾਊਂਟ। ਹੁਣ ਇੱਥੇ ਗੱਲ ਸਮਝੋ ਵੀ ਜੇ ਤਾਂ ਉਹਨੇ कहता ਵੀ ਟੀ ਦਾ ਐਗਜ਼ੀਕਿਊਟਰ ਅਕਾਊਂਟ ਬਣਾਉਣਾ ਤਾਂ ਆਪਾਂ ਐਗਜ਼ੀਕਿਊਟਰ ਅਕਾਊਂਟ ਓਪਨ ਕਰ ਦੇਣਾ। ਜੇ ਉਹਨੇ कहता ਵੀ ਇੰਟਰਸਟ ਅਕਾਊਂਟ ਬਣਾਉਣਾ ਸੌਰੀ ਲੋਨ ਅਕਾਊਂਟ ਬਣਾਉਣਾ ਤਾਂ ਆਪਾਂ ਲੋਨ ਬਣਾਉਣਾ। ਇਹਨਾਂ 'ਚ ਡਿਫਰੈਂਸ ਕੁਛ ਨਹੀਂ ਗਾ, ਬਸ ਨਾਮ ਚੇਂਜ ਕਰ ਦੇਣਾ। ਕਲੀਅਰ ਬੱਚੋ? आई होप थोनू क्वेश्चन तो चंगी तरह समझ लग गया होगा। हुण आपां इहनूं स्टार्ट करते हैं 1 बाय 1। सो मैं क्वेश्चन लिख लिया। सब तो पहला स्टैप किंदा रब दा नाम लो ते रीवैल्यूएशन अकाउंट बनाना स्टार्ट करो। हुण आपां बनाउणा रीवैल्यूएशन अकाउंट तां आपां देखना पैना किहड़े एसेट्स इनक्रीज कीते, किहड़ी लाइबिलिटीज डिक्रीज या इनक्रीज कीतियां, और सब तो पहला आपां नूं पता होना चाहिए रीवैल्यूएशन अकाउंट किवें बनदा वा। तां मैं एक बार फिर रिपीट कर रहा, ਜਿਹੜੇ ਐਸੈਟਸ ਇਨਕਰੀਜ਼ ਕਰਨਗੇ ਕ੍ਰੈਡਿਟ ਸਾਈਡ, ਕੰਪਨੀ ਨੂੰ ਫਾਇਦਾ ਹੈ ਨਾ ਐਸੈਟ ਇਨਕਰੀਜ਼ ਕਰਕੇ ਕ੍ਰੈਡਿਟ ਸਾਈਡ, ਜੇ ਲਾਇਬਿਲਿਟੀ ਡਿਕਰੀਜ਼ ਕਰੂਗੀ ਕ੍ਰੈਡਿਟ ਸਾਈਡ। ਬਸ ਐਸੈਟ ਯਾਦ ਕਰ ਲਓ, ਲਾਇਬਿਲਿਟੀ ਉਹਦਾ ਪੁੱਠਾ ਵਾ। ਬਸ ਐਂ ਯਾਦ ਕਰੋ, ਸੱਜਾ ਹੱਥ ਭਾਰਾ ਹੁੰਦਾ ਤਾਂ ਕੰਪਨੀ ਦੇ ਜੇ ਐਸੈਟ ਇਨਕਰੀਜ਼ ਕਰਨਗੇ ਤਾਂ ਸੱਜੇ ਹੱਥ ਹੋਣਗੇ, ਠੀਕ ਹੈ ਜੀ। ਔਰ ਜੇ ਐਸੈਟ ਡਿਕਰੀਜ਼ ਕਰਨਗੇ ਤਾਂ ਖੱਬੇ ਹੱਥ ਹੋਣਗੇ, ਬਾਕੀ ਉਹਦਾ ਆਪੋਜ਼ਿਟ ਹੋ ਜਾਂਦਾ। ਜੇ ਐਸੈਟ ਇਨਕਰੀਜ਼ ਆ ਤਾਂ ਲਾਇਬਿਲਿਟੀ ਡਿਕਰੀਜ਼ ਆ ਜੂਗੀ, ਜੇ ਐਸੈਟ डिक्रीज आता है लाइबिलिटी इनक्रीज आ जाएगी। क्लियर? बस एसेट याद कर लो बच्चे। राइट हैंड साइड एसेट इनक्रीज, कंपनी ਨੂੰ फायदा ਹੁੰਦਾ, ਸਾਡਾ ਵੀ ਹੱਥ ਸੱਜਾ ਫਾਇਦੇ ਵਾਲਾ ਹੁੰਦਾ ਹੈ ਨਾ, ਅਸੀਂ ਵੱਧ ਕੰਮ ਕਰ ਲੈਂਦੇ ਉਹਦੇ ਨਾਲ। ਖੱਬੇ ਹੱਥ ਸਾਡੇ ਤੋਂ ਕੰਮ ਘੱਟ ਹੁੰਦਾ ਤੇ ਜੇ ਸਾਡੇ ਐਸੈਟ ਰਿਡਿਊਸ ਕਰ ਜਾਣਗੇ ਫਿਰ, ਠੀਕ ਹੈ ਜੀ। ਫਿਰ ਬਾਕੀ ਉਹਦਾ ਲਾਇਬਿਲਿਟੀ ਉਹਦੀ ਆਪੋਜ਼ਿਟ ਉਹੀ ਸਾਈਡ ਦੇ ਵਿੱਚ। ਚਲੋ ਇਹ ਤਾਂ ਹੋ ਗਿਆ ਆਪਣਾ ਰੀਵੈल्यूएशन ਅਕਾਊਂਟ ਦਾ ਫਾਰਮੈਟ। ਹੁਣ ਆਪਾਂ ਸਟਾਰਟ ਕਰਦੇ ਹਾਂ। पहला पॉइंट पढ़ोगे उन्हें क्या गुडविल कैलकुलेट करनी है, ए पॉइंट। हुण गुडविल का बच्चे यह है कि आपां नूं इत्थे नहीं चाहिए, सो आपां हजे नहीं कैलकुलेट करते। वर्किंग नोट आ चाहे तुसीं स्टार्टिंग दे विच बना लो, वर्किंग नोट चाहे तुसीं एंड च बना लो। हाँ, क्वेश्चन स्टार्ट करन तो पहला मैं तुहानूं ये चीज़ बड़ी क्लीयर कर देना चाहुंदा, हजे तक जिन्ने भी क्वेश्चनस कीते होणगे तुहानूं डेट्स की टेंशन नहीं सीगी।
कदों बंदा आया कदों गया रिटायर होया है ना, मतलब चेंजिंग इन प्रॉफिट शेयरिंग रेशो कीता आपां, डेट्स की टेंशन नहीं सी। हुण डेट्स की टेंशन लैनी बनी है क्योंकि आपां किसी नूं पेमेंट करनी है, वो भी ब्याज ते ब्याज दे पिछे तां फिर बंदा 1-1 रुपये पिछे रौला पा लू। इस करके आपां नूं 1-1 रुपया पर्टिकुलर डेट मंथ ध्यान विच रख के कैलकुलेशनस करके पे आउट करना पैना। सो रीवैल्यूएशन इस चीज़ की कोई टेंशन नहीं। सो स्टार्ट करते हैं जी। रीवैल्यूएशन च ए पॉइंट सानू नहीं चाहिए, गुडविल की इत्थे कोई चक्कर नहीं हुंदा। सानू चाहिए बी पॉइंट, कहना मशीनरी की है वैल्यूड है 1,40,000, मतलब घट गई तो इधरले पासे आऊगी। ओके, पहला आप इधर राइट हैंड साइड कवर करते हैं। कहना पेटेंट आ 40,000 के हो गए, पेटेंट किन्ने सी 30,000 10,000, दैट मीनस पेटेंट आउणगे इत्थे। ओके नेक्स्ट, लीज होल्ड प्रॉपर्टी किन्ने दी होगी बच्चे, लीज होल्ड प्रॉपर्टी 1,25,000 की होगी, वो 1 लाख की सी। सो दैट मीनस पेटेंट ते लीज होल्ड प्रॉपर्टी इधरले पासे होणगियां, सो आपां ओनू पा दिंने आ। क्लीयर बच्चे। सो लीज होल्ड प्रॉपर्टी ते पेटेंट आपां इत्थे पाते। नैक्सट हुण इत्थे एक चीज़ होर समझो कि ये चीज़ां तां पै गईयां, होर आपां नूं देखो बी पॉइंट हो गया, सी दे विच कुछ नहीं गा, डी च कुछ नहीं गा। हुण दैट मीनस इधरले पासे रह गए की रह गया, मशीनरी रह गई जी 1,40,000 की सी, 1,50,000 की होगी तो आपां वो पा देंगे। क्लीयर बच्चों, मशीनरी पाती मैं जो डिक्रीज किया, डिक्रीज इन एसेट। लास्ट आपने कुछ नहीं दिता, आपको कोई क्रेडिटर कोई बिल्स पेएबल कोई होर चीज़ नहीं दी, तो आप इत्थे क्लोजिंग कर देंगे। सो मैं प्रॉफिट जिहड़ा इधरले पासे प्रॉफिट आउंदा, इधरले पासे लॉस आउंदा, जे प्रॉफिट आ गया तो मैं डिस्ट्रीब्यूट करता। डिस्ट्रीब्यूट किहड़ी रेशो च कीता आपां, ਉਹ ਜਿਹੜੀ ਉੱਪਰ ਦਿੱਤੀ ਹੁੰਦੀ ਆ ਸਭ ਤੋਂ ਜਿਹੜੀ ओल्ड ਪੁਰਾਣੀ ਰੇਸ਼ੋ, ਕਿਉਂਕਿ ਹਜੇ ਜਿਹੜਾ ਟੀ ਸ਼ੇਅਰ ਹੋਲਡਰ ਹੈਗਾ ਵਾ, ਜੇ ਹੈਗਾ ਵਾ ਤਾਂ ਜਿਹੜੀ ਆਪਾਂ ਨੂੰ ਰੇਸ਼ੋ ਦਿੱਤੀ ਹੁੰਦੀ ਆ ਆਪਾਂ ਉਹਦੇ ਵਿੱਚ ਹੀ ਕਰ ਲੈਣਾ। ਔਰ ਉਹ ਰੇਸ਼ੋ ਕਿਹੜੀ ਸੀਗੀ 5-3-2। ਕਲੀਅਰ ਬੱਚੋ। ਸੋ 5-3-2 ਰੇਸ਼ੋ ਸੀ। ਆਰ ਦੀ 5, ਐਸ ਦੀ 3, ਟੀ ਦੀ 2, 25,000 ਦਾ ਬੈਲੈਂਸ ਆਇਆ ਸੀ। ਆ ਦੇਖੋ 25 10 35,000 ਆ ਗਿਆ, 35,000 ਚੋਂ 10,000 ਕੱਢਤਾ। ਕਲੀਅਰ ਬੱਚੋ। देखो 25 10 35,000 आ गया, 35,000 चो 10,000 कटता, 25,000 बैलेंस आ गया। जेड़ा बैलेंस है आप तिन्ने पार्टनर्स 5-3-2 दे विच वंडता। क्लीयर। आई होप तुहानूं ये चीज़ समझ लग गई होगी। चलो जी नैक्सट आपां हुण की बनाउणा, कैपीटल अकाउंट। कैपीटल अकाउंट दे विच सानूं गुडविल भी चाहिदी हुंदी आ, सानूं जे कोई एडजस्टमेंट ऑफ कैपीटल आ वो भी चाहिदी हुंदी आ, है ना। सो हुण इहदा मतलब आपां नूं वर्किंग नोट बनाउणा पऊगा। लैट्स स्टार्ट विद वर्किंग नोट। हाँ जी बच्चे, वर्किंग नोट च की आ जाऊगा। वर्किंग नोट दे विच सब तो पहला आपां नूं की कैलकुलेट करना, आपां गुडविल। हुण गुडविल कैलकुलेट करने लई आपां बैक चलदे हां। गुडविल दे लई बच्चे आपां नूं की चाहीदा वा, देखो 2014-15 की गुडविल दी है, 16-17 की दित्ती है ते 17-18 दित्ती है, 60,000 80,000 ते 75,000। ते आ देखो की लिखिया, गुडविल बी वैल्यूड टू फ्रैक्शन हाफ, मतलब 2.5 कहते इस चीज़ है ना। मतलब आप गुडविल के किन्ने वो कैलकुलेट करने नंबर ऑफ ईयर्स परचेज से 2.5 साल से। क्लीयर। सो आप 4 सालों का प्रॉफिट दिता वा, किन्ना 60,000 80,000 ते 75,000। क्लीयर बच्चो। सो ये आप 3 मंथ्स का प्रॉफिट दिता, तो आप इस बिहाफ से उस चीज़ को कैलकुलेट करांगे। हुण किवें करांगे आजो देखिए। सो इस चीज़ को दिमाग च बिठा लो कि आपां नूं प्रॉफिट्स किन्ने दित्ते आ, क्योंकि वो आपां वर्किंग नोट नैक्सट पेज से आ। 2015 60,000 80,000 75,000 ते 65,000। 60 65 80 75। क्लीयर बच्चे। सो ये 4 मंथ्स अपना प्रॉफिट हो गया। दैन आपां देखांगे कैलकुलेट करांगे नैक्सट कि कैलकुलेशन किवें हुंदी आ गुडविल दी, किन्नी क बनदी है कैलकुलेट होके। सो अपना वर्किंग नोट आप वर्किंग नोट स्टार्ट करते हैं। एवरेज अपना फॉर्मूला होंदा एवरेज प्रॉफिट एंड नंबर ऑफ ईयर परचेज। ये सिंपल फॉर्मूला गुडविल कैलकुलेट करने का पहला। सो 65,000 60,000 80,000 ते 75,000 2,40,000 बटे नंबर ऑफ ईयर्स ना परचेज डिवाइड करता 70,000 ते अपना 2.5 नंबर ऑफ ईयर परचेज सीगे, तो अपनी गुडविल कितनी आ गई 1,75,000। सो ये तो आ गई, बट आपां नूं इत्थे एक चीज़ होर समझनी पैनी है। हुण गुडविल ये तो सी जी क्वेश्चन के थले दी हुंदी एडजस्टमेंट दे विच, है ना। ਇਹਦਾ ਆਪਾਂ ਕੀ ਕਰਦੇ ਹੁੰਦੇ ਆ ਵੀ ਜਿਹੜਾ ਪਾਰਟਨਰ ਰਿਟਾਇਰ ਹੋ ਰਿਹਾ ਜਾਂ ਡੈਥ ਹੋ ਰਿਹਾ ਉਹਦਾ ਹਿੱਸਾ ਕੱਢ ਕੇ ਆਪਾਂ ਅੱਗੇ ਪਾਰਟਨਰਸ ਤੋਂ ਮਤਲਬ ਜਿਹੜੇ ਗੇਨ ਕਰ ਰਿਹਾ ਉਹ ਤੋਂ ਲੈ ਕੇ ਉਹਨਾਂ ਨੂੰ ਜਿਹੜਾ ਰਿਟਾਇਰਿੰਗ ਜਾਂ ਡੈਥ ਪਾਰਟਨਰ ਆ ਉਹਨੂੰ ਪੇ ਆਊਟ ਕਰ ਦਿੰਦੇ ਆ।
क्लीयर। सो आप पहला यदि एडजस्टमेंट करते हैं 1,75,000 रुपया आ गया अपना। सो सब तो पहला आप की करना वा, सब तो पहला आप करांगे जब अपन गुडविल पता लग गई 1,75,000 रुपया आ गई फर्म की, सब तो पहला आप करांगे कि आप गेनिंग ते सैक्रीफाइसिंग रेशियो कैलकुलेट करांगे, क्योंकि जिहड़ा पार्टनर जिहड़ा मतलब टी जा रहा जिहदी डैथ हुई आ ਉਹ आर ते एस किनू किनू किन्ना किन्ना फायदा हो रहा ਆਪਾਂ ਉਹ ਲਿਖਾਂਗੇ। ਸੋ ਆਪਾਂ ਨੂੰ ਇੱਥੇ ਕੁਝ ਵੀ ਨਵਾਂ ਨਹੀਂ ਦਿੱਤਾ ਕੁਐਸਚਨ ਦੇ ਵਿੱਚ, ਆਪਾਂ ਪੜਿਆ ਸੀਗਾ ਨਾ, ਆਪਾਂ ਨੂੰ ਕੁਐਸਚਨ 'ਚ ਕੁਝ ਵੀ ਨਹੀਂ ਦਿੱਤਾ। ਦੇਖੋ ਆਪਾਂ ਦੇਖ ਲੈਨੇ ਇੱਕ ਵਾਰ, ਆਪਾਂ ਨੂੰ ਕੁਐਸਚਨ ਦੇ ਵਿੱਚ ਕੁਝ ਵੀ ਨਹੀਂ ਦਿੱਤਾ ਕਿ ਕਿਹੜਾ ਪਾਰਟਨਰ ਉਹ ਬਈ ਸੈਕਰੀਫਾਈਸ ਹੋ ਰਿਹਾ ਜਾਂ ਕਿਨ ਆਰ ਉਹਨੂੰ ਟੀ ਨੂੰ ਕਿੰਨਾ ਦੇ ਗਿਆ ਜਾਂ ਸੌਰੀ ਟੀ ਕਿਨ ਐਸ ਨੂੰ ਕਿੰਨਾ ਦੇ ਗਿਆ ਤੇ ਆਰ ਨੂੰ ਕਿੰਨਾ ਦੇ ਗਿਆ। ਸਿਰਫ ਆਪਾਂ ਨੂੰ ਰੇਸ਼ੋ ਦਿੱਤੀ ਆ 5-3-2, 5-3-2 ਦਿੱਤੀ ਆ। ਦੈਟ ਮੀਨਸ ਜਦੋਂ ਆਪਾਂ ਨੂੰ ਕੁਐਸਚਨ 'ਚ ਕੁਝ ਵੀ ਨਹੀਂ ਗਿਵਨ ਹੁੰਦਾ ਤਾਂ ਓਲਡ ਰੇਸ਼ੋ ਹੀ ਨਿਊ ਰੇਸ਼ੋ ਬਣ ਜਾਂਦੀ ਆ ਔਰ ਉਹੀ ਗੇਨਿੰਗ ਰੇਸ਼ੋ ਬਣ ਜਾਂਦੀ ਆ। ਆਪਾਂ ਆਲਰੇਡੀ ਇਸ ਚੀਜ਼ ਨੂੰ ਇੱਕ ਵੀਡੀਓ ਦੇ ਵਿੱਚ ਡਿਟੇਲ 'ਚ ਕੀਤਾ ਹੋਇਆ ਵਾ। ਸੋ ਮੈਂ ਇੱਥੇ ਲਿਖ ਰਿਹਾ ਕਿ ਐਡਜਸਟਮੈਂਟ ਆਫ ਕੈਪੀਟਲ RST ਦੀ ਜਿਹੜੀ ਓਲਡ ਰੇਸ਼ੋ ਸੀ ਉਹ 5-3-2 ਸੀਗੀ ਤੇ ਟੀ ਦੀ ਡੈਥ ਹੋਣ ਤੋਂ ਬਾਅਦ ਜਿਹੜੇ ਗੇਨਿੰਗ ਪਾਰਟਨਰ ਆ R ਤੇ S, RS 5-3 ਆ, ਉਹੀ ਉਹਨਾਂ ਦੀ ਗੇਨਿੰਗ ਰੇਸ਼ੋ ਹੋ ਜੂਗੀ, ਉਹੀ ਉਹਨਾਂ ਦੀ ਨਿਊ ਰੇਸ਼ੋ ਵੀ ਹੋ ਜੂਗੀ। क्लीयर बच्चों। सो आई होप थोड़ा ये चीज़ समझ लग गई होगी कि इन्हों की गेनिंग रेशो कितनी है 5-3। हुण जिहड़ा टी आ जिहदी डैथ हुई आ उहदी अपनी रेशो कितनी आ 2, उहदा कितना हिस्सा वा 2। सो जे उहदा हिस्सा 2 आ तां उहदा 1,75,000 च देखो आए नहीं आ कि टी की डैथ होगी तो 1,75,000 उस टाइम की गुडविल बनी तो 1,75,000 ही लै जूगा सारा सारा। नहीं नहीं नहीं, आर ते एस ने भी तो मेहनत की आ, वो सिर्फ टी का उन्होंने शेयर देंगे। सो पहले आप टी का शेयर कैलकुलेट करांगे। टी का शेयर कितना बनया 1,75,000 रुपया 2/10, 2/10 किमें आया 5-3 ते 2 का सार 10 आ गया 2/10। ये टी का शेयर कर लिया भी टी की गुडविल जी 35,000 बनती सी। क्लीयर। हुण टी की गुडविल 35,000 बनती है तो टी नूं फिर कौन कौन देणगे जिन्होंने गेनिंग होया 5-3 ते 5-3 की रेशो च आपां देखांगे भी आर कितना दऊगा ते एस कितना दऊगा। क्लीयर बच्चों। सो आप कैलकुलेट कर लिया, आर दे रहा 35,000 5/8 21,875 ते एस कितना दे रहा 35,000 3/8 13,125। क्लीयर बच्चे। सो आ चीज़ आप कैलकुलेट कर ली भी आर इन्ना दूगा एस इन्ना दूगा। यदी एंट्री भी थोड़ा आती होगी कि जो गेनिंग पार्टनर होंगे कितने होंगे उपर ते टू सैक्रीफाइसिंग पार्टनर। क्लीयर। सो ये एंट्री आ। सो इस चीज़ आप डायरैक्टली अकाउंट्स ट्रांसफर करांगे। हुण आपां नूं एंट्री जनरल एंट्रीज की लोड़ नहीं गी, आप डायरैक्टली अकाउंट्स बनाने तो अकाउंट्स ट्रांसफर कर देंगे। सो हुण एक चीज़ होर बच्चे जो आपां नूं क्वेश्चन दे विच गिवन, आओ पहला क्वेश्चन दे विच गिवन की है देखिए। क्वेश्चन च की गिवन आ बच्चे गुडविल कित्थे आ बैलेंस शीट दे अंदर 25,000 दी। ये गुडविल दा की करांगे ਜਿਹੜੀ क्वेश्चन ਦੇ ਵਿੱਚ बैलेंस शीट ਦੇ ਵਿੱਚ ਗੁਡਵਿਲ ਗਿਵਨ ਹੁੰਦੀ ਆ। ਜਿਹੜੇ ਬੱਚਿਆਂ ਨੇ ਨਹੀਂ ਸੁਣਿਆ ਉਹ ਸੁਣ ਲਓ। ਇਹ ਗੁਡਵਿਲ ਉਹ ਹੁੰਦੀ ਆ ਜਿਹੜੀ ਪਰਚੇਜ਼ਡ ਗੁਡਵਿਲ ਹੁੰਦੀ ਆ, ਮਤਲਬ ਜਿਹੜਾ ਨੇ ਬਿਜ਼ਨਸ ਖਰੀਦਿਆ ਹੁੰਦਾ ਇਹ ਉਹ ਗੁਡਵਿਲ ਹੁੰਦੀ ਆ। ਸਪੋਜ਼ ਕਰੋ ਮੈਂ ਕਿਸੇ ਦਾ ਬਿਜ਼ਨਸ ਪਰਚੇਜ਼ ਕਰ ਰਿਹਾ ਤੇ ਮੈਂ 20,000 ਰੁਪਏ ਉਹਨੂੰ ਐਕਸਟਰਾ ਦਿੱਤਾ, ਮਤਲਬ ਉਹਦਾ ਬਿਜ਼ਨਸ 1 ਲੱਖ ਦਾ ਬਣਦਾ ਸੀ, ਉਹਨੂੰ 1,20,000 ਪੇ ਕੀਤਾ ਤਾਂ ਜਿਹੜਾ 20,000 ਰੁਪਇਆ ਵਾ ਉਹ ਕੀ ਆ ਪਰਚੇਜ਼ਡ ਗੁਡਵਿਲ ਆ। ਸੋ ਉਹ ਜਿਹੜੀ ਪਰਚੇਜ਼ ਗੁਡਵਿਲ ਹੁੰਦੀ ਆ ਉਹੀ ਸਿਰਫ ਬੈਲੈਂਸ ਸ਼ੀਟ ਦਿਖਾਈ ਜਾਂਦੀ ਆ, ਅਦਰਵਾਈਜ਼ ਜਿਹੜੀ ਸੈਲਫ ਜਨਰੇਟਡ ਗੁਡਵਿਲ ਉਹ ਕਦੇ ਵੀ ਕਿਤੇ ਦਿਖਾਈ ਨਹੀਂ ਜਾਂਦੀ। ਕਲੀਅਰ। ਸੋ ਆ 20,000 ਜਿਹੜਾ 25,000 ਰੁਪਇਆ ਸੀਗਾ ਇਹ ਤਾਂ RST ਨੇ ਇਕੱਠਿਆਂ ਨੇ ਕੀਤਾ ਨਾ ਕੰਮ, ਤੇ ਇਹ RST ਦੇ ਵਿੱਚ ਤਿੰਨਾਂ ਚ ਵੰਡਿਆ ਜਾਂਦਾ ਹੁੰਦਾ। ਕਿਹੜੀ ਰੇਸ਼ੋ ਚ? ਓਲਡ ਰੇਸ਼ੋ ਚ। ठीक है जी, मैं दोबारा रिपीट कर देना। ਜਿਹੜੀ क्वेश्चन ਦੇ ਅੰਦਰ ਗਿਵਨ ਹੁੰਦੀ ਆ ਉਹ ਓਲਡ ਰੇਸ਼ੋ ਚ ਵੰਡੀ ਜਾਂਦੀ ਹੁੰਦੀ ਆ, ਜਿਹੜੀ ਗੁਡਵਿਲ क्वेश्चन ਦੇ ਬਾਹਰ ਹੁੰਦੀ ਆ ਐਡਜਸਟਮੈਂਟਸ ਦੇ ਵਿੱਚ ਉਸ ਨੂੰ ਆਪਾਂ ਸਿਰਫ ਗੇਨਿੰਗ ਤੇ ਸੈਕਰੀਫਾਈਸਿੰਗ ਰੇਸ਼ੋ ਚ ਵੰਡਦੇ ਆ, ਕਿਉਂਕਿ ਉਹ ਪਾਰਟਨਰ ਦੇ ਡੈਥ ਰਿਟਾਇਰ ਹੋਣ ਤੇ ਟਾਈਮ ਕੈਲਕੂਲੇਟ ਕੀਤੀ ਜਾਂਦੀ ਆ। ਜਿਹੜੀ ਅੰਦਰ ਹੁੰਦੀ ਆ ਉਹ ਸਾਰਿਆਂ ਦੀ ਮਿਹਨਤ ਹੁੰਦੀ ਆ, ਉਹ ਸਾਰਿਆਂ ਨੂੰ ਰਾਈਟ ਆਫ ਕਰਦੇ ਆ ਆਪਾਂ ਗੁਡਵਿਲ ਨੂੰ ਔਨ ਦਾ ਓਲਡ ਰੇਸ਼ੋ बेसिस। क्लीयर बच्चों। सो नैक्सट ਹੁਣ ਆਪਾਂ ਇਹਨੂੰ ਅੱਗੇ ਸਟਾਰਟ ਕਰਦੇ। ਦੇਖੋ ਦੁਬਾਰਾ ਯਾਦ ਰੱਖੋ ਗੁਡਵਿਲ ਕੁਐਸਚਨ ਦੇ ਵਿੱਚ ਕਿੰਨੀ ਦਿੱਤੀ ਆਪਾਂ ਨੂੰ 25,000 ਰੁਪਇਆ। ਹਾਂਜੀ ਕੁਐਸਚਨ ਦੇ ਵਿੱਚ ਕਿੰਨੀ ਗਿਵਨ ਸੀ 25,000 ਰੁਪਇਆ। ਸੋ ਮੈਂ ਲਿਖ ਲਈ। ਹੁਣ ਆਪਾਂ ਗੁਡਵਿਲ ਨੂੰ ਰਾਈਟ ਆਫ ਕਰਨ ਜਾ ਰਹੇ ਹਾਂ। ਰਾਈਟ ਆਫ ਗੁਡਵਿਲ ਗਿਵਨ ਇਨ ਦਾ ਬੈਲੈਂਸ ਸ਼ੀਟ। ਗੁਡਵਿਲ ਕਿੰਨੀ ਆ 25,000। ਟੀ ਦੀ ਡੈਥ ਹੋ ਗਈ ਤੇ ਟੀ ਦਾ ਸ਼ੇਅਰ ਕਿੰਨਾ ਓਲਡ ਰੇਸ਼ੋ ਦੇ ਬੇਸ ਤੇ 2/10 ਮਤਲਬ 5,000 ਰੁਪਇਆ। ਕਲੀਅਰ ਬੱਚੇ। ਸੋ ਜਿਹੜਾ 5,000 ਰੁਪਇਆ ਮੈਂ ਅਸਲ ਦੇ ਵਿੱਚ ਇੱਥੇ ਗੱਲ ਕੀ ਆਪਾਂ ਨੂੰ ਤਿੰਨਾਂ ਦਾ ਕੈਲਕੂਲੇਟ ਕਰਨਾ ਚਾਹੀਦਾ। 25,000 ਗੁਣਾ 5/10
25,000 ਗੁਣਾ 3/10, 25,000 ਗੁਣਾ 2/10। ਬਟ ਆਪਾਂ ਨੂੰ ਕੁਐਸਚਨ 'ਚ ਸਿਰਫ ਟੀ ਦਾ ਐਗਜ਼ੀਕਿਊਟਿਵ ਅਕਾਊਂਟ ਬਣਾਉਣ ਲਈ ਕਿਹਾ ਗਿਆ, ਸਿਰਫ ਟੀ ਦੇ ਅਕਾਊਂਟਸ ਨੂੰ ਬਣਾਉਣ ਲਈ ਕਿਹਾ ਗਿਆ, ਤਾਂ ਆਪਾਂ ਟੀ ਦਾ ਹੀ ਅਕਾਊਂਟ ਬਣਾਵਾਂਗੇ। ਇਹ ਕੁਐਸਚਨ ਤੁਹਾਨੂੰ ਸਪੈਸੀਫਿਕ ਸਮਝਾਉਣ ਦੇ ਲਈ ਐਗਜ਼ੀਕਿਊਟਰ ਔਰ ਲੋਨ ਅਕਾਊਂਟ ਕਿਵੇਂ ਬਣਦਾ ਉਸ ਚੀਜ਼ ਤੇ ਆਪਾਂ ਸਟ੍ਰੈਸ ਦਿੱਤਾ, ਨਾ ਕਿ ਪਾਰਟਨਰਸ ਕੈਪੀਟਲ ਅਕਾਊਂਟ। ਉਹ ਤੁਹਾਨੂੰ ਬਣਾਉਣਾ ਆਉਂਦਾ ਵਾ ਸਾਰਾ ਕੁਝ। ਸੋ ਇੱਥੇ ਸਿਰਫ ਟੀ ਦਾ ਅਕਾਊਂਟ ਬਣਾ ਰਿਹਾ, ਮੈਂ ਟੀ ਦੀ ਕੈਲਕੂਲੇਸ਼ਨਸ ਕਰੂੰਗਾ। ਅਦਰਵਾਈਜ਼ ਕੁਐਸਚਨ ਦੇ ਵਿੱਚ ਆਪਾਂ ਸਾਰੀਆਂ ਕੈਲਕੂਲੇਸ਼ਨਸ ਕਰਕੇ ਇਹ ਗੁੱਡਵਿਲ ਅਕਾਊਂਟ ਦੇ ਵਿੱਚ ਪਾਉਣੀਆਂ ਹੁੰਦੀਆਂ। ਕਲੀਅਰ। ਸੋ ਟੀ ਦਾ ਸ਼ੇਅਰ ਕਿੰਨਾ ਬਣ ਗਿਆ ਜੀ ਇੱਥੇ 5,000 ਰੁਪਈਆ। ਸੋ ਇਹਦੀ ਐਂਟਰੀ ਕੀ ਹੋਊਗੀ, ਐਂਟਰੀ ਕੀ ਹੋਊਗੀ, ਇਹ ਗੁੱਡਵਿਲ ਰਾਈਟ ਆਫ ਹੋ ਰਹੀ ਆ। ਸੋ ਇਹਦੀ ਐਂਟਰੀ ਕੀ ਹੁੰਦੀ ਆ, ਟੀਜ਼ ਕੈਪੀਟਲ ਅਕਾਊਂਟ ਡੈਬਿਟ ਟੂ ਗੁੱਡਵਿਲ ਅਕਾਊਂਟ। ਕਲੀਅਰ। ਟੀਜ਼ ਕੈਪੀਟਲ ਅਕਾਊਂਟ ਡੈਬਿਟ ਟੂ ਗੁੱਡਵਿਲ ਅਕਾਊਂਟ। ਇਹ ਕੁਝ ਵੀ ਨਵਾਂ ਨਹੀਂ ਦੱਸ ਰਿਹਾ ਮੈਂ, ਇਹ ਆਲਰੇਡੀ ਆਪਾਂ ਬਹੁਤ ਵਾਰ ਕਰਦੇ ਆ ਰਹੇ, ਜਿਹੜੇ ਬੱਚਿਆਂ ਨੇ ਸਟਾਰਟਿੰਗ ਤੋਂ ਕੀਤੇ ਕਰਦੇ ਆ ਰਹੇ ਆ। ਗੁੱਡਵਿਲ ਰਾਈਟ ਆਫ ਇਹ ਕਿੱਥੋਂ ਸਟਾਰਟ ਹੋ ਜਾਂਦੀ ਆ, ਆਲਮੋਸਟ ਚੇਂਜਿੰਗ ਇਨ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਦੇ ਵਿੱਚ ਇਸ ਟੌਪਿਕ ਸਟਾਰਟ ਹੋ ਜਾਂਦਾ। ਤਾਂ ਆਪਾਂ ਉੱਥੇ ਚੀਜ਼ ਕਰਦੇ ਆ ਰਹੇ ਹਾਂ ਕਿ ਇਹਦੀ ਜਿਹੜੀ ਰਾਈਟ ਆਫ ਦੀ ਐਂਟਰੀ ਆ ਉਹ ਇਦਾਂ ਹੀ ਪੈਂਦੀ ਆ। ਕਲੀਅਰ। ਔਰ ਜਿਹੜੀ ਸੈਕਰੀਫਾਈਸਿੰਗ ਗੇਨਿੰਗ ਦੀ ਆ ਉਹ ਇਦਾਂ ਕੈਲਕੂਲੇਸ਼ਨਸ ਹੋ ਕੇ ਉਹਦੀ ਅਲੱਗ ਐਂਟਰੀ ਪੈਂਦੀ ਆ। ਔਰ ਦੋਨੇ ਟ੍ਰਾਂਸਫਰ ਹੁੰਦੇ ਆ ਪਾਰਟਨਰਸ ਕੈਪੀਟਲ ਅਕਾਊਂਟ ਦੇ ਵਿੱਚ। ਕਲੀਅਰ। ਸੋ ਹੁਣ ਆਪਣਾ ਸਾਰਾ ਕੁਝ ਪ੍ਰਿਪੇਅਰ ਹੋ ਚੁੱਕਿਆ। ਯਾਦ ਰੱਖਿਓ 21,800 ਆਰ ਨੇ ਦੇਣਾ ਟੀ ਨੂੰ, 13,125 ਐਸ ਨੇ ਦੇਣਾ, ਤੇ 5,000 ਰੁਪਇਆ ਗੁੱਡਵਿਲ ਰਾਈਟ ਆਫ ਕਰਨੀ ਆ। ਕਲੀਅਰ। ਸੋ ਮੈਂ ਹੁਣ ਇੱਥੇ ਉਸ ਤੋਂ ਬਾਅਦ ਇੱਕ ਚੀਜ਼ ਹੋਰ ਜੋ ਆਪਣੀ ਰਹਿ ਗਈ ਕੁਐਸਚਨ ਦੇ ਵਿੱਚ, ਉਹ ਸੀਗੀ, ਉਸ ਕੀ ਸੀਗਾ ਬੱਚੇ ਕਿ ਟੀ ਦਾ ਸ਼ੇਅਰ ਕਿੰਨਾ ਬਣਦਾ ਵਾ। ਜੇ ਤੁਸੀਂ ਦੇਖੋ ਤਾਂ ਉਹ ਕੀ ਬਣਦਾ, ਟੀ ਦਾ ਸ਼ੇਅਰ ਕਿੰਨਾ ਬਣਦਾ ਲਾਸਟ। ਉਹ ਕਹਿੰਦਾ ਭਾਈ ਜਿੰਨਾ ਵੀ ਪੈਸਾ ਬਣੂਗਾ 21,000 ਰੁਪਈਆ, ਸੌਰੀ ਆਪਾਂ ਟੀ ਦੇ ਸ਼ੇਅਰ ਦੀ ਗੱਲ ਕਰਨੀ ਆ। ਸੋ ਆਹ ਸੀ ਪੁਆਇੰਟ ਦੇਖੋ, ਫॉर द पर्पस ऑफ कैलकुलेटिंग द टी शेयर इन द प्रॉफिट 18-19 ਆਪਾਂ ਕਿਹੜੇ ਬੇਸ ਤੇ ਲੈਣਾ, द प्रॉफिट ऑफ स्केल ऑफ 17 ਹੈ 18, ਔਰ 17-18 ਦਾ ਆਪਾਂ ਨੂੰ ਪ੍ਰੋਫਿਟ ਕਿੱਥੇ ਦਿੱਤਾ ਵਾ, ਗੁੱਡਵਿਲ ਦੇ ਵਿੱਚ। ਇਹ ਧਿਆਨ ਰੱਖਿਓ, ਬੱਚੇ ਲੱਭਦੇ ਰਹਿ ਜਾਂਦੇ ਕਿੱਥੇ ਆ, ਸਾਨੂੰ ਗਿਵਨ ਹੀ ਨਹੀਂ ਸੀ। ਉਹ ਜਦੋਂ ਗੁੱਡਵਿਲ ਕੈਲਕੂਲੇਟ ਕਰਨੀ ਹੁੰਦੀ ਉਹਦੇ ਵਿੱਚ ਲਿਖਿਆ ਹੁੰਦਾ 17-18 ਦਾ। 17-18 ਦਾ ਕਿੰਨਾ ਵਾ 75,000 ਰੁਪਈਆ। ਕਹਿੰਦਾ 17 ਤੇ 18 ਦੇ ਵਿੱਚ ਪੂਰਾ ਸਾਲ ਕੰਪਨੀ ਨੇ 75,000 ਰੁਪਈਆ ਕਮਾਇਆ ਸੀ। 12 ਮਹੀਨਿਆਂ ਦਾ 75,000 ਤੇ ਆਪਾਂ 4 ਮਹੀਨਿਆਂ ਦਾ ਕੱਢ ਸਕਦੇ ਆ ਕਿ ਨਹੀਂ ਕੱਢ ਸਕਦੇ। 4 ਮਹੀਨਿਆਂ ਦਾ ਕਿਉਂ ਕੱਢਣਾ, ਕਿਉਂਕਿ ਇਸ ਸਾਲ ਟੀ ਨੇ 2018 ਅਪ੍ਰੈਲ ਤੋਂ ਲੈ ਕੇ 1 ਅਗਸਤ ਤੱਕ ਹੀ ਕੰਮ ਕੀਤਾ। ਉਸ ਤੋਂ ਬਾਅਦ ਉਹਦੀ ਡੈਥ ਹੋ ਗਈ। ਸੋ ਅਗਸਤ ਤੱਕ ਉਹਦੇ ਬਣਦੇ ਆ 4 ਮਹੀਨੇ। ਅਪ੍ਰੈਲ 2018 ਤੋਂ ਲੈ ਕੇ 1 ਅਗਸਤ 2018 ਤੱਕ 4 ਮਹੀਨੇ ਬਣਦੇ ਆ। ਸੋ ਆਪਾਂ ਉਹਦੀ ਕੈਲਕੂਲੇਸ਼ਨਸ ਕਰਕੇ ਪਾ ਦਾਂਗੇ ਇੱਥੇ। ਕਲੀਅਰ ਬੱਚੇ। ਸੋ ਉਸ ਚੀਜ਼ ਨੂੰ ਕਿਵੇਂ ਕੈਲਕੂਲੇਟ ਕਰਾਂਗੇ ਆਜੋ ਦੇਖੀਏ। ਹਾਂਜੀ ਮੈਂ ਆਲਰੇਡੀ ਲਿਖਤਾ ਕਿ ਟੀ ਦਾ ਸ਼ੇਅਰ ਕਿਵੇਂ ਕੈਲਕੂਲੇਟ ਕਰਾਂਗੇ। ਸੌਰੀ ਇੱਥੇ 11-12 ਲਿਖਤਾ, ਇਹ 17-18 ਲਿਖਣਾ ਸੀਗਾ। ਉਹਦਾ ਸ਼ੇਅਰ ਬਣਦਾ 75,000 ਰੁਪਈਆ। ਹੁਣ ਇਹ ਈਅਰ ਤੇ ਨਾ ਜਾਇਓ, ਕਨਫਿਊਜ਼ ਨਾ ਹੋ ਜਿਓ। ਕਲੀਅਰ ਬੱਚੇ। ਇਹ 2011-12 ਨਹੀਂ, 17-18 ਚ 75,000 ਰੁਪਈਆ ਸੀਗਾ, ਉਹ ਲਿਖਣ ਚ ਮਿਸਟੇਕ ਹੋ ਗਈ। 75,000 ਗੁਣਾ, ਸੋ ਕਿੰਨੇ ਮਹੀਨੇ ਦਾ ਆਪਾਂ ਨੂੰ ਚਾਹੀਦਾ 4/12। ਹੁਣ ਇੱਥੇ 2/10 ਕਿਉਂ ਦਿੱਤਾ, ਕਿਉਂਕਿ 4/12 ਤਾਂ ਬੱਚੇ ਪੂਰੀ ਫਰਮ ਦਾ ਪ੍ਰੋਫਿਟ ਹੋ ਗਿਆ ਨਾ। ਮਤਲਬ ਹੁਣ ਜਿਸ ਨਾਲ ਅਲੱਗ-ਅਲੱਗ ਕੈਲਕੂਲੇਟ ਕਰੋ, ਪਹਿਲਾਂ 75,000 ਦਾ 4/12 ਕਰ ਲਓ। ਜੇ ਤੁਸੀਂ 75,000 ਦਾ ਬੱਚੇ 4/12 ਕਰੋਗੇ, ਸੋ ਇਹ ਚੀਜ਼ ਸਮਝੋ ਕਿ 75,000 ਰੁਪਈਆ ਸੀਗਾ। ਮੈਂ ਅਲੱਗ-ਅਲੱਗ ਕਰ ਲੈਂਦੇ ਅਸਲ ਦੇ ਵਿੱਚ, ਆਪਾਂ ਤੁਹਾਨੂੰ ਕਨਫਿਊਜ਼ਨ ਨਹੀਂ ਹੋਊਗੀ। ਦੇਖੋ ਫਰਮ ਦਾ ਪ੍ਰੋਫਿਟ, ਟੋਟਲ ਪ੍ਰੋਫਿਟ 17-18 ਦਾ 75,000 ਰੁਪਈਆ। ਇੱਥੇ 17-18 ਕਨਫਿਊਜ਼ ਨਾ ਹੋਏ, ਮੈਂ ਬਾਰ-ਬਾਰ ਕਹਿ ਰਿਹਾ। 17-18 ਦਾ 75,000 ਰੁਪਈਆ ਸਾਲ ਦਾ, 12 ਮਹੀਨਿਆਂ ਦਾ। ਤੇ 4 ਮਹੀਨਿਆਂ ਦਾ ਕਰ ਕੀ ਹੋਊਗਾ ਆਪਾਂ ਪਹਿਲਾਂ ਕੈਲਕੂਲੇਟ ਕਰ ਲੈਂਦੇ। ਫਰਮਸ ਪ੍ਰੋਫਿਟ ਫॉर 4 ਮੰਥ 17-18 ਦਾ 75,000 ਰੁਪਈਆ। 4 ਮਹੀਨਿਆਂ ਦਾ ਕਿੰਨਾ ਹੋਊਗਾ 25,000 ਰੁਪਈਆ। ਕਲੀਅਰ। ਮਤਲਬ 17-18 ਦੇ ਵਿੱਚ 4 ਮਹੀਨਿਆਂ ਦੇ ਵਿੱਚ ਉਹਨਾਂ ਨੇ 25,000 ਰੁਪਇਆ ਕਮਾਇਆ। ਇਹ ਤਾਂ ਪੂਰੀ ਫਰਮ ਦਾ ਹੋ ਗਿਆ, RST ਤਿੰਨਾਂ ਦਾ ਸ਼ੇਅਰ ਹੋ ਗਿਆ। ਪਰ ਆਪਾਂ ਕਿਹਦਾ ਕੈਲਕੂਲੇਟ ਕਰਨਾ, ਆਪਾਂ ਤਾਂ ਇਕੱਲਾ ਟੀ ਦਾ ਕਰਨਾ ਨਾ। ਸੋ ਟੀ ਦਾ ਕਿੰਨਾ ਹੋਊਗਾ, ਟੀ ਦਾ ਹਿੱਸਾ ਕਿੰਨਾ 2/10। ਮੈਂ ਇਸੇ ਚੀਜ਼ ਨੂੰ ਇਲੈਬੋਰੇਟ ਕਰ ਰਿਹਾ, ਆਏ ਨਹੀਂ ਕਿ ਅਲੱਗ ਕਰ ਰਿਹਾ, ਇੱਕ ਅਲੱਗ ਚੀਜ਼ ਆ ਇਹ ਨਹੀਂ, ਇਹਨੂੰ ਕਰਕੇ ਦਿਖਾ ਰਿਹਾ ਤੁਹਾਨੂੰ ਵੀ ਇਹ 5,000 ਕਿਵੇਂ ਆਇਆ। ਸੋ ਟੀ ਦਾ ਸ਼ੇਅਰ ਕਿੰਨਾ ਵਾ 2/10। 5 ਤਾਂ 2 ਰੇਸ਼ੋ ਆ ਨਾ, ਓਲਡ ਰੇਸ਼ੋ, ਤੁਸੀਂ 2/10। ਸੋ ਆਪਾਂ 25,000 ਦਾ ਕੀ ਆ ਬੱਚੇ 2/10 ਕਰ ਦਾਂਗੇ। ਜੋ 2/10 ਕਰਾਂਗੇ ਉਹ ਆਪਣੀ ਅਮਾਊਂਟ ਕਿੰਨੀ ਆ ਜੂਗੀ 5,000 ਰੁਪਇਆ, ਇਹਦੇ ਸੇਮ ਆ ਜੂਗੀ। ਕਲੀਅਰ। ਆਈ ਹੋਪ ਤੁਹਾਨੂੰ ਇਹ ਚੀਜ਼ ਸਮਝ ਲੱਗ ਗਈ ਹੋਊਗੀ। ਹੁਣ ਆਪਾਂ ਵਰਕਿੰਗ ਨੋਟ ਦੇ ਵਿੱਚ ਕੀ ਕੀ ਕੈਲਕੂਲੇਟ ਕੀਤਾ, ਜਲਦੀ ਰਿਮਾਈਂਡ ਕਰੋ। ਆ ਦੇਖੋ ਤੁਹਾਨੂੰ ਰਿਮਾਈਂਡ ਲਈ ਆਪਾਂ ਕੀ ਕੀ ਕੈਲਕੂਲੇਟ ਕਰ ਲਿਆ ਬੱਚੇ, ਇਸ ਚੀਜ਼ ਨੂੰ ਸਮਝੋ। ਵਰਕਿੰਗ ਨੋਟ ਦੇ ਵਿੱਚ ਆਪਾਂ ਇੱਕ ਤਾਂ ਗੁੱਡਵਿਲ ਕੈਲਕੂਲੇਟ ਕਰ ਲਈ, 1,75,000 ਬਣੀ ਸੀ, ਔਰ 21,800 ਤੇ 13,125 ਸ਼ੇਅਰ ਬਣਿਆ ਸੀਗਾ। ਤੇ ਗੁੱਡਵਿਲ ਦਾ ਤੇ ਜਿਹੜੀ ਰਾਈਟ ਆਫ ਕਰਨੀ ਆ ਉਹਦਾ 5,000 ਬਣਿਆ ਸੀ। ਤੇ ਲਾਸਟ ਆਪਾਂ ਹੁਣ ਕੀ ਕੈਲਕੂਲੇਟ ਕਰ ਲਿਆ, ਜਿਹੜਾ ਟੀ ਦਾ ਸ਼ੇਅਰ ਬਣਿਆ 5,000 ਰੁਪਇਆ।
क्लीयर। सो आप ये सारी चीज़ों की एडजस्टमेंट करांगे। हुण आप बनावांगे पार्टनर्स कैपिटल अकाउंट। पार्टनर्स कैपिटल अकाउंट के अंदर बच्चे हुण मैं जस्ट बना रहा टी का, आप कंसनट्रेट कर रहे हैं टी के शेयर के लिए। क्लीयर। आप उत्थे जो क्वेश्चन के अकॉर्डिंग चलना, जो आपको क्वेश्चन कहा गया कि तुसीं सारिਆਂ ਦਾ बनाना तो इट्स सारिਆਂ ਦਾ बन जूगा। जे उन्हें कहा भी कल्ले टी का बनाना, खास कर जो लोन अकाउंट या एग्जीक्यूटर अकाउंट कहा जाता वा तो आपको स्पैसीफाइड पर्सन का ही नाम लिया जाता कि तुसीं इहदा अकाउंट मेनटेन करो, क्योंकि क्वेश्चन बहुत लेंथी हो जाता। क्लीयर बच्चों। सो हुण आपां टी का अकाउंट बनाने। टी के अकाउंट के लिए सब तो पहले आपां पार्टनर्स कैपिटल अकाउंट का फॉर्मेट चाहिए। टीज कैपिटल अकाउंट जे तिन्ना बनाना होंदा फिर RST लिख देंगे। हुण आपां कल्ले टी की करांगे। सो टी की कैपिटल कितनी सी 75, टी की कैपिटल कितनी बच्चे 75,000 रुपया। 75,000 रुपये इत्थे ट्रांसफर कर देंगे। लो जी, आप 75,000 कैपिटल ट्रांसफर करती। एक चीज़ होर नाल ट्रांसफर करती, क्योंकि आपां नूं इत्थे उन्हें क्या नहीं गा कि देखो ना तो क्रेडिटर की गल की है, ना ही बिल्स पेएबल की गल की है। सो वर्कमैन कंपनसेशन रिजर्व ना ही कितने राइट ऑफ होया, ना ही उन्होंने कुछ प्रॉब्लम आई। तो सो जिन्ना भी रिजर्व होंगे आप पार्टनर्स कैपिटल अकाउंट के अंदर ट्रांसफर कर देंगे। जे आपां कोई भी चीज़ नहीं स्पैसीफाई की जाती कि आप अगे फ्यूचर के मेनटेन रखना या नहीं रखना। सो जिन्ने भी रिजर्व होंगे ने, जिन्ने भी प्रॉफिट्स अपन क्वेश्चन के गिवन होंगे ने, खासकर बैलेंस शीट के जो पार्टनर्स कैपिटल अकाउंट बनाना आप इधर ट्रांसफर कर दें। सो इत्थे कल्ला टी का शेयर ट्रांसफर करांगे। टोटल हैगा 30,000 रुपया। ओल्ड रेशो 5:3:2। सो 2 टी दी आ 2/10 करांगे। जो तुसीं 30,000 का करोगे तो वह 6,000 रुपया आ जाऊगा। क्लीयर बच्चे। आई होप थोनों ये चीज़ समझ लग गई होगी। सो नैक्सट इस तो बाद की पैदा होंदा, दिमाग दे विच गल रखिया करो कि पहला आप बैलेंस शीट के अंदर जो मटीरियल है वह पाता, नाल ही आप रीवैल्यूएशन अकाउंट का प्रॉफिट ट्रांसफर करना होंदा। जे थोड़े दिमाग च होऊगा तो रीवैल्यूएशन अकाउंट का प्रॉफिट कितना आया सीगा। जे नहीं भी गया तो आप चैक कर लें। अदरवाइज रीवैल्यूएशन अकाउंट का प्रॉफिट है इत्थे पै जाऊगा, वो भी कल्ले टी का शेयर, क्योंकि आप टी का अकाउंट बना रहे हैं। सो टी का जो प्रॉफिट शेयर सीगा रीवैल्यूएशन अकाउंट जो आप कैलकुलेट किया सी वो 5,000 रुपया सी। सो आप इत्थे ट्रांसफर करता। लास्ट हुण टी दी होगी डैथ, तो टी नूं जिहड़ी ਉਹਦਾ ਜਿਹੜੇ ਜਾਣ ਤੋਂ ਬਾਅਦ ਟੀ ਦੇ ਜਾਣ ਤੋਂ ਬਾਅਦ ਆਰ ਤੇ ਐਸ ਨੂੰ ਬੈਨੀਫਿਟ ਹੋ ਰਿਹਾ, ਉਹ ਗੁੱਡਵਿਲ ਦਾ ਪਾਰਟ ਆਪਾਂ ਹੁਣ ਨਹੀਂ ਕੈਲਕੂਲੇਟ ਕਰਕੇ ਹਟੇ ਆ। ਆਰ ਤੇ ਐਸ ਕੀ ਆ, ਟੀ ਨੂੰ ਪੇ ਆਊਟ ਕਰਨਗੇ। ਲਓ ਜੀ, ਟੀ ਨੂੰ ਮਿਲ ਜਾਣਗੇ ਪੈਸੇ ਕਿੱਥੋਂ ਕਿੱਥੋਂ 21,875 ਰੁਪਈਆ ਤੇ 21,875 ਤੇ 13,125 रुपए। क्लीयर बच्चे। किन्ने किन्ने मिल जाएंगे 21,875 ते 13,125 रुपए आपको मिल जाएंगे। सो आप इत्थे ट्रांसफर कर देंगे। और नैक्सट जो बड़ी इंपॉर्टेंट गल आ जिहड़ी हजे तक आप कीती हुई नहीं जी, जिहड़ी कि आप कैपिटल अकाउंट च बनाई हुई नहीं, जिहड़ी कि आपको लोड़ पैंदी आ जो पार्टनर की डैथ हो जाती है उस टाइम, या रिटायर हो जाता वटएवर या डैथ होने तो बाद खासकर आपको लोड़ पैंदी आ, वो हुंदी आ कि जिहड़ा आपां प्रॉफिट कैलकुलेट किया सी पॉइंट नूं पढ़ के, जिहड़ा 4 महीनों का प्रॉफिट कैलकुलेट किया वो सी नूं देना तो हैगा ही आ, और जिहड़ा देना वा वो इधरले पासे पऊगा। जे लॉस हुंदा तां आपां इधरले पासे पाउंदे, प्रॉफिट हुंदा तां आपां इधरले पासे। हुण प्रॉफिट की है एग्जैक्टली तो है नहीं ना, वो 18-19 का। सो इस करके आपां नूं नाम दिंदे एक, वो की हुंदा आपां की सस्पेंस आ हो अपने लिए भी, आपां मन के चले भी सानूं इन्ना प्रॉफिट होऊगा। सो जिहड़ा आपां प्रॉफिट हजे वर्किंग नोट दे विच कैलकुलेट कीता, सो उहनूं आपां की नाम दे के इत्थे एंट्री पा दांगे प्रॉफिट एंड लॉस सस्पेंस अकाउंट। भी सस्पेंस आ साडे लई, पर असीं ये चीज़ मन के चल रहे हैं बई पिछले साल असीं इन्ना कम 75,000 का 4/12 4 महीनों च असीं कमाया सी 25,000, जिहदे विच टी का शेयर बनदा सी 5,000। सो इस करके इस साल भी असीं मन के चल रहे हैं कि जिहड़े पैसे आ वो 5,000 रुपया टी नूं मिल जूगा। क्लीयर बच्चों। सो ये तो चीज़ सीगी अपनी, सो ये तो चीज़ सीगी कि आपां नूं इन्ने ये बैलेंस मैं दोबारा रिपीट कर देना 75,000 रुपया अपना बैलेंस पिया सी बैलेंस शीट के अंदर। वर्कमैन कंपनसेशन रिजर्व जिन्ने भी रिजर्व होंगे, जे आपां नूं क्वेश्चन कुछ भी नहीं गिवन तां फिर इत्थे डिस्ट्रीब्यूट कर दिंदे आ। आपां रीवैल्यूएशन अकाउंट का प्रॉफिट ट्रांसफर कर लिया 5,000 रुपया। आपां जिहड़ी गुडविल पार्टनर के डैथ होने तो बाद जिहड़े रिमेनिंग पार्टनर उन्होंने बैनीफिट होंगे, आपां उन्हां तों गुडविल लैके टी नूं देती, भाई ने इन्ना तेरा हिस्सा बनदा लै जा। ते जिहड़ा 4 महीने तू काम कीता, असीं मन के चलदे आं भी कंपनी नूं 5,000 रुपया प्रॉफिट होऊगा पुराने हिसाब किताब दे नाल 17-18 के हिसाब नाल। सो असीं तैनूं उन्ना पे कर दांगे। क्लीयर बच्चे। सो ये तां सीगा अपनी क्रेडिट साइड। हुण डेबिट साइड की आऊगा, ਜਿਹੜੀ ਗੁੱਡਵਿਲ ਰਾਈਟ ਆਫ ਹੁੰਦੀ ਆ ਉਹ ਡੈਬਿਟ ਸਾਈਡ ਹੁੰਦੀ ਆ। ਰਾਈਟ ਆਫ ਆਪਾਂ ਕੀਤੀ ਆ ਨਾ, ਇੱਕ ਐਂਟਰੀ ਪਾਈ ਸੀਗੀ 25,000 ਰੁਪਇਆ ਬੈਲੈਂਸ ਸ਼ੀਟ ਦੇ ਵਿੱਚ, ਕੁਐਸਚਨ 'ਚ ਗਿਵਨ ਆ, ਮੈਂ ਤੁਹਾਨੂੰ ਦੁਬਾਰਾ ਵੀ ਦਿਖਵਾ ਦਿੰਦਾ।
ਆ ਜਿਹੜੀ ਗਿਵਨ ਆ ਨਾ 25000 रुपया, ਇਹਨੂੰ ਰਾਈਟ ਆਫ ਕਰਦੇ ਆ ਤਾਂ ਜਿਹੜਾ ਟੀ ਦਾ ਹਿੱਸਾ ਬਣਦਾ 5 3 2 2/10 ਗੁਣਾ 25000 ਕਰੋਗੇ ਤਾਂ 5000 ਹਿੱਸਾ ਬਣੂਗਾ, ਜਿਹੜਾ ਉਹ ਰਾਈਟ ਆਫ ਕਰਦੇ ਆ ਗੁੱਡਵਿਲ। ਕਿੱਥੇ ਪੈਂਦੀ ਹੈ ਜੀ? ਡੈਬਿਟ ਸਾਈਡ। ਕਲੀਅਰ? ਡੈਬਿਟ ਸਾਈਡ ਪਾਤੀ ਆਪਾਂ। ਉਸ ਤੋਂ ਬਾਅਦ ਬੱਚੇ ਹੋਰ ਕੁਛ ਨਹੀਂ ਰਿਹਾ ਆਪਣੇ ਕੋਲੇ ਪਾਉਣ ਨੂੰ, ਤਾਂ ਆਪਾਂ ਕੀ ਆ ਉਹ ਕਹਿੰਦੇ ਕਿ ਅਸੀਂ 21000 रुपया ਤਾਂ ਪਾਰਟਨਰ ਨੂੰ ਕੈਸ਼ ਪੇਮੈਂਟ ਕਰ ਦੇਣੀ ਆ। ਸੋ ਜਿਹੜੀ ਜੇ ਆਪਾਂ ਨੂੰ ਕੁਐਸਚਨ ਚ ਗਿਆ 25000 रुपया ਆਪਾਂ ਰਾਈਟ ਆਫ ਕਰਤਾ, ਬਟ ਇੱਕ ਚੀਜ਼ ਹੋਰ ਕਹੀ ਆ ਉਹਨੇ ਕਿ ਆ ਸਮ ਆਫ 21000 रुपया ਪੇਡ ਇਮੀਡੀਏਟਲੀ। 21000 रुपया ਪੇ ਕਰਤਾ ਕਿਹਨੂੰ? ਟੀ ਨੂੰ। ਜਦੋਂ ਉਹਦੀ ਡੈਥ ਹੋਈ ਕਿਹਨੂੰ ਪੇ ਕੀਤਾ? ਐਗਜ਼ੀਕਿਊਟਰਸ ਨੂੰ। ਸੋ ਆਪਾਂ 21000 ਇੱਥੇ ਐਂਟਰੀ ਪਾ ਦਾਂਗੇ ਕਿ 21000 ਤਾਂ ਅਸੀਂ ਪੇ ਕਰਤਾ, ਬਟ ਉਹਦਾ ਟੋਟਲ ਦੇਖੋ ਟੋਟਲ ਕਿੰਨਾ ਬਣ ਰਿਹਾ। ਆ ਜਦੋਂ ਇਹਦਾ ਬੈਲੈਂਸਿੰਗ ਕਰੋਗੇ ਬੱਚੇ ਤੁਸੀਂ ਤਾਂ ਇਹ ਜਿਹੜੀ ਟੋਟਲ ਅਮਾਊਂਟ ਬਣੂਗੀ ਉਹ ਬਣੂਗੀ 1,26,000 रुपया। 1,26,000 ਚੋਂ 5,000 रुपया ਆਪਣੀ ਗੁੱਡਵਿਲ ਰਾਈਟ ਆਫ ਹੋਈ ਤਾਂ 1,21,000 रुपया ਬਚ ਗਿਆ। ਸੋ ਇੱਕ ਵਾਰ ਤਾਂ ਤੁਸੀਂ ਇਹਨੂੰ ਅਕਾਊਂਟ ਨੂੰ ਕਲੋਜ਼ ਕਰ ਦੋਗੇ ਟੂ ਐਗਜ਼ੀਕਿਊਟਰ ਅਕਾਊਂਟ, ਕਿਉਂਕਿ ਆਪਾਂ ਐਗਜ਼ੀਕਿਊਟਰ ਨਾਲ ਹਿਸਾਬ ਕਿਤਾਬ ਕਰਨਾ ਵਾ, ਟੀ ਨੂੰ ਤਾਂ ਦੇਣੇ ਨਹੀਂਗੇ। ਸੋ ਐਗਜ਼ੀਕਿਊਟਰ ਦੇ ਖਾਤੇ 'ਚ ਆਪਾਂ 1,21,000 रुपया ਟ੍ਰਾਂਸਫਰ ਕਰ ਦਾਂਗੇ, ਬਟ ਕਰਾਂਗੇ ਟੀਜ਼ ਐਗਜ਼ੀਕਿਊਟਰ। ਐਗਜ਼ੀਕਿਊਟਰ ਤਾਂ ਉਹ ਟੀ ਦਾ ਹੀ ਹੈ ਨਾ, ਸੋ ਉਹਦਾ ਨਾਮ ਕੀ ਪਾਵਾਂਗੇ? ਟੀਜ਼ ਐਗਜ਼ੀਕਿਊਟਰ ਅਕਾਊਂਟ। ਸੋ ਅਕਾਊਂਟ ਕੀ ਹੈ ਬੱਚੇ? ਆਪਾਂ ਕਲੋਜ਼ ਕਰ ਦਾਂਗੇ। ਔਰ ਆਪਣਾ ਟੀ ਨੂੰ ਦੇਣ ਦਾ ਹਿਸਾਬ ਕਿਤਾਬ ਕਿੰਨਾ ਕਰਨ ਵਾਲਾ ਵਾ ਜਦੋਂ ਟੀ ਦੀ ਡੈਥ ਹੋਈ? 1,21,000 रुपया। ਸੋ ਇੱਥੇ ਆਪਾਂ 1,21,000 रुपये ਦਾ ਆਪਾਂ ਜਿਹੜਾ ਕੀ ਆ ਹੁਣ ਇਹ ਐਗਜ਼ੀਕਿਊਟਰ ਅਕਾਊਂਟ ਖੋਲ ਕੇ ਆਪਾਂ ਉਹਦਾ ਹਿਸਾਬ ਕਿਤਾਬ ਕਰਾਂਗੇ। ਕਲੀਅਰ? ਲੋਨ ਜੇ ਉਹਨੇ ਲੋਨ ਅਕਾਊਂਟ ਕਹਿੰਦਾ ਤਾਂ ਆਪਾਂ ਇੱਥੇ ਲੋਨ ਲਿਖ ਦੇਣਾ ਸੀ, ਟੀਜ਼ ਲੋਨ ਅਕਾਊਂਟ। ਜ਼ਿਆਦਾ ਫਰਕ ਨਹੀਂ ਗਾ, ਬਸ ਨਾਮ ਹੀ ਚੇਂਜ ਹੋ ਜਾਂਦਾ। 100% ਇਹ ਇੱਕੋ ਹੀ ਗੱਲ। ਕਲੀਅਰ? ਇੱਕੋ ਹੀ ਸਿੱਕੋ ਦੇ ਦੋ ਪਹਿਲੂ ਨੇ। ਚੱਲਣਾ ਜੇ ਰੁਪਈਏ ਦਾ ਸਿੱਕਾ ਤਾਂ ਰੁਪਈਏ ਚੱਲਣਾ, ਚਾਹੇ ਹੈਡ ਆ ਜੇ ਜਾਂ ਟੇਲ ਆ ਜੇ। ਸੋ ਨੈਕਸਟ ਹੁਣ ਆਪਾਂ ਕੀ ਬਣਾਵਾਂਗੇ? ਟੀਜ਼ ਐਗਜ਼ੀਕਿਊਟਰ ਅਕਾਊਂਟ। ਉਹਦੇ ਲਈ ਬੱਚੇ ਆਪਣੇ ਪਹਿਲਾਂ ਦਿਮਾਗ ਦੇ ਵਿੱਚ 2-3 ਲਾਈਨਾਂ ਬਿਠਾ ਲਓ। 2-3 ਲਾਈਨਾਂ ਬਿਠਾ ਲਓ। ਉਸ ਤੋਂ ਬਾਅਦ ਆਪਾਂ ਇਸ ਕੁਐਸਚਨ ਨੂੰ ਸਟਾਰਟ ਕਰਦੇ ਹਾਂ। ਹਾਂਜੀ, ਉਹ ਹੈ ਕੀ ਕਹਿੰਦਾ? ਟੀ ਕੀ ਆ ਬੱਚੇ? ਜਿਹੜਾ ਐਗਜ਼ੀਕਿਊਟਰ ਅਕਾਊਂਟ ਆ, ਇਸ ਚੀਜ਼ ਨੂੰ ਧਿਆਨ ਸਮਝੋ। ਅਸਲ 'ਚ ਆ ਜਿਹੜੇ ਇੰਟਰਸਟ ਰੇਟ ਆ, ਕਹਿੰਦਾ 21000 रुपया ਆਪਾਂ ਇਮੀਡੀਏਟਲੀ ਪੇ ਕਰ ਦੇਣਾ। ਬੈਲੈਂਸ ਟੂ ਬੀ ਪੇਡ ਇਨ 4 ਇਕੁਅਲ ਇੰਸਟਾਲਮੈਂਟਸ। 1,21,000 ਬਣਿਆ ਸੀ, 21000 ਪੇ ਕਰਤਾ, ਜਿਹੜਾ ਮਤਲਬ ਪਿੱਛੇ 1 ਲੱਖ ਬਚ ਗਿਆ, ਉਹਨੂੰ ਆਪਾਂ 4 ਇਕੁਅਲ ਇੰਸਟਾਲਮੈਂਟਸ ਦੇਣਾ। ਕਦੋਂ ਨਾ ਕਿੰਨਾ? 25000 25000 25000 25000 4 ਹਿੱਸਿਆਂ 'ਚ ਵੰਡ ਲੈਣਾ। ਨਾਲ ਕੀ ਦੇਣਾ? ਹਾਫ ਈਅਰਲੀ ਇੰਟਰਸਟ। ਹੁਣ ਇਹ ਬੜੀ ਇੰਪੋਰਟੈਂਟ ਗੱਲ ਆ। ਹਾਫ ਈਅਰਲੀ ਇੰਟਰਸਟ ਕਦੋਂ ਬਣੂਗਾ? ਜਦੋਂ ਤੇ ਆਏ ਨਹੀਂ ਵੀ ਜਨਵਰੀ ਫਰਵਰੀ ਮਾਰਚ ਅਪ੍ਰੈਲ ਮਈ ਜੂਨ, ਨਹੀਂ। ਇਹ ਧਿਆਨ ਰੱਖਿਓ, ਜਦੋਂ ਪਾਰਟਨਰ ਦੀ ਡੈਥ ਹੋਈ ਨਾ ਉਸ ਤੋਂ ਬਾਅਦ ਜਦੀ 6 ਮਹੀਨੇ, ਹਰ ਇੱਕ 6 ਮਹੀਨਿਆਂ ਬਾਅਦ ਆਪਾਂ ਉਹਨੂੰ ਪੇਮੈਂਟ ਕਰਨੀ ਹੈ। ਤੇ ਇੰਟਰਸਟ ਆਏ ਨਹੀਂ ਦੇਖਣਾ ਜੀ ਮਾਰਚ ਤਾਂ ਆ ਲੈਣ ਸਾਨੂੰ, ਅਸੀਂ ਤਾਂ ਜੀ ਅਕਾਊਂਟਿੰਗ ਈਅਰ ਦੇ ਹਿਸਾਬ ਨਾਲ ਚੱਲਾਂਗੇ, ਉਦੋਂ ਤੁਹਾਨੂੰ ਪੇਮੈਂਟ ਕਰਾਂਗੇ। ਨਹੀਂ, ਜਦੋਂ ਬੰਦੇ ਦੀ ਡੈਥ ਹੋਈ ਆਪਾਂ ਉਸ ਹਿਸਾਬ ਨਾਲ ਪੇਮੈਂਟ ਕਰਨੀ ਹੈ। ਕਲੀਅਰ? ਸੋ ਦੈਟ ਮੀਨਸ 1 ਅਗਸਤ ਆ, 1 ਅਗਸਤ ਨੂੰ ਪਾਰਟਨਰ ਦੀ ਡੈਥ ਹੋਈ ਆ। ਅਗਸਤ ਤੋਂ ਸਟਾਰਟ ਹੋ ਜਾਓ। ਅਗਸਤ ਤੋਂ ਲੈ ਕੇ 6 ਮਹੀਨੇ ਗਣੋ। ਅਗਸਤ, ਸਤੰਬਰ, ਅਕਤੂਬਰ, ਨਵੰਬਰ, ਦਸੰਬਰ, ਜਨਵਰੀ। 1 ਅਗਸਤ ਤੋਂ ਲੈ ਕੇ 6 ਮਹੀਨੇ ਬਣੇ 31 ਜਨਵਰੀ ਤੱਕ। ਤਾਂ ਅਸੀਂ 31 ਜਨਵਰੀ ਨੂੰ ਇੱਥੇ ਡੇਟਸ ਬੜੀਆਂ ਇੰਪੋਰਟੈਂਟ ਨੇ। ਕਲੀਅਰ? ਸੋ 31 ਜਨਵਰੀ ਨੂੰ ਕਿ ਆਪਾਂ ਬੱਚੇ ਪੇਮੈਂਟ ਕਰ ਦੇਣੀ ਆ। ਔਰ ਜੋ ਤੁਸੀਂ ਪੇਮੈਂਟ ਕਰੋਗੇ ਤੇ ਨਾਲ ਕੀ ਦੋਗੇ? ਇੰਟਰਸਟ। ਕਿੰਨਾ ਬਣੂਗਾ ਉਹ ਆਪਾਂ ਕੈਲਕੂਲੇਟ ਕਰਾਂਗੇ। ਕਲੀਅਰ? ਸੋ ਆਜੋ ਆਪਾਂ ਟੀਜ਼ ਐਗਜ਼ੀਕਿਊਟਰ ਅਕਾਊਂਟ ਬਣਾਵਾਂਗੇ ਹਰ 6 ਮਹੀਨਿਆਂ ਬਾਅਦ। ਬਸ ਜੋ ਯਾਦ ਰੱਖਣ ਵਾਲੀ ਗੱਲ, ਹਰ 6 ਮਹੀਨਿਆਂ ਬਾਅਦ 4 ਇੰਸਟਾਲਮੈਂਟਸ ਦੇਣੀਆਂ 10% ਦੇ ਹਿਸਾਬ ਨਾਲ, ਔਰ 1 ਅਗਸਤ ਤੋਂ ਸਟਾਰਟ ਕਰਨਾ। ਲਓ ਬੱਚਿਓ, ਤੇ ਆਪਾਂ ਬਣਾਉਣ ਜਾ ਰਹੇ ਹਾਂ ਐਗਜ਼ੀਕਿਊਟਰ ਅਕਾਊਂਟ। ਸੋ ਐਗਜ਼ੀਕਿਊਟਰ ਅਕਾਊਂਟ ਸਟਾਰਟ ਕਰਦੇ ਹਾਂ। ਸੋ ਆ ਆਪਣਾ ਐਗਜ਼ੀਕਿਊਟਰ ਅਕਾਊਂਟ ਦਾ ਫਾਰਮੈਟ। ਹੁਣ ਯਾਦ ਰੱਖਿਓ ਇੱਕ ਚੀਜ਼ ਕਿ ਐਗਜ਼ੀਕਿਊਟਰ ਅਕਾਊਂਟ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਕੀ ਟ੍ਰਾਂਸਫਰ ਕਰਨਾ? ਜੋ ਬੈਲੈਂਸ ਆਪਾਂ ਕੈਪੀਟਲ ਅਕਾਊਂਟ 'ਚ ਕੀਤਾ, ਸੋ ਆਪਾਂ ਇੱਧਰਲੇ ਪਾਸੇ ਟ੍ਰਾਂਸਫਰ ਕਰਿਆ। ਕਿੰਨੀ ਡੇਟ ਨੂੰ ਕਰਨਾ ਬੱਚੇ? ਇੱਥੇ ਡੇਟਸ ਬੜੀਆਂ ਇੰਪੋਰਟੈਂਟ ਨੇ। 1 ਅਗਸਤ ਨੂੰ ਕਰਨਾ, ਕਿਉਂਕਿ 1 ਅਗਸਤ ਨੂੰ ਹੀ ਟੀ ਬੰਦਾ ਡੈਥ ਹੋਈ ਉਹਦੀ। ਸੋ 1 ਅਗਸਤ ਨੂੰ ਕੀ ਕਰਨਾ? ਟੀਜ਼ ਕੈਪੀਟਲ ਅਕਾਊਂਟ ਲਿਖ ਕੇ 1,21,000 रुपया ਜੋ ਆਪਾਂ ਕੈਪੀਟਲ ਅਕਾਊਂਟ 'ਚ ਟ੍ਰਾਂਸਫਰ ਕੀਤਾ। ਤੇ 1 ਅਗਸਤ ਨੂੰ ਹੀ ਆਪਾਂ ਇੱਕ ਚੀਜ਼ ਹੋਰ ਕੀਤੀ ਆ। ਉਹ ਕੀ ਕੀਤਾ ਕਿ ਆਪਾਂ 21,000 रुपया ਨਾਲ ਹੀ ਪੇ ਕਰਤਾ। ਸੋ ਇੱਧਰਲੇ ਪਾਸੇ ਜਿਹੜੀ ਅਮਾਊਂਟਸ ਆਉਣਗੀਆਂ, ਮਤਲਬ ਜਿੰਨਾ ਕੰਪਨੀ ਨੇ ਪੇ ਆਊਟ ਕਰਨਾ ਜਾਂ ਉਹਦਾ ਪੈਂਡਿੰਗ ਆ ਜਾਂ ਉਹਨੂੰ ਇੰਟਰਸਟ ਪੈ ਰਿਹਾ, ਉਹ ਸਾਰਾ ਇੱਧਰਲੇ ਪਾਸੇ। ਜਿੰਨਾ ਪੇ ਕਰੀ ਜਾਊਗੀ ਉਹ ਇੱਧਰਲੇ ਪਾਸੇ। ਇਹ ਗੱਲ ਯਾਦ ਰੱਖਿਓ। ਔਰ ਕੰਪਨੀ ਨੇ ਪੇ ਕਦੋਂ ਕਰਨਾ? 2 ਹੀ ਡੇਟਸ ਨੇ, ਜਾਂ ਤਾਂ 1 ਅਗਸਤ ਨੂੰ ਜਾਂ 31 ਜਨਵਰੀ ਨੂੰ। ਹੁਣ ਇਹ ਕਿਉਂ ਡਿਸਾਈਡ ਹੋਈਆਂ? ਕਿਉਂਕਿ 1 ਅਗਸਤ ਨੂੰ ਮਰਿਆ ਉਹ, ਹਨਾ। ਤਾਂ ਉਸ ਤੋਂ 6 ਮਹੀਨਿਆਂ ਬਾਅਦ ਆਪਾਂ ਪਹਿਲੀ ਇੰਸਟਾਲਮੈਂਟ ਦੇਣੀ ਹੈ ਜਿਹੜੀ 31 ਜਨਵਰੀ ਆ। ਸੋ 31 ਜਨਵਰੀ ਤੋਂ 6 ਮਹੀਨੇ ਕਦੋਂ ਬਣਦੇ ਆ? 1 ਅਗਸਤ ਬਣਦਾ। ਸੋ ਆ 2 ਡੇਟਸ ਹੀ ਯਾਦ ਰੱਖਿਓ ਦਿਮਾਗ ਦੇ ਵਿੱਚ। ਇੱਥੇ ਆਪਣੀ ਕਾਪੀ ਦੇ ਉੱਪਰ ਲਿਖ ਲਿਓ 1
1 ਅਗਸਤ ਨੂੰ ਪੇਮੈਂਟ ਕਰਨੀ ਹੈ ਤੇ 31 ਜਨਵਰੀ ਨੂੰ ਪੇਮੈਂਟ ਕਰਨੀ ਹੈ। ਜਦੋਂ ਵੀ ਆਹ ਡੇਟਸ ਆਉਣਗੀਆਂ ਆਪਾਂ ਪੇਮੈਂਟ ਕਰਨੀ ਵਾਰ 4 ਇੰਸਟਾਲਮੈਂਟਸ ਦੇ ਵਿੱਚ। ਕਲੀਅਰ। ਸੋ ਸਟਾਰਟ ਕਰਦੇ ਹਾਂ। ਆਪਾਂ ਇੰਨਾ ਕਰਤਾ। ਹੁਣ ਪਿੱਛੇ ਕਿੰਨਾ ਬਚ ਗਿਆ? 1 ਲੱਖ ਬਚ ਗਿਆ ਨਾ। 1 ਲੱਖ ਨੂੰ ਆਪਾਂ 4 ਇੰਸਟਾਲਮੈਂਟਸ ਦੇਣਾ। ਦੇਖੋ 1,21,000 ਟੋਟਲ ਸੀ, 21,000 ਤਾਂ ਕੰਪਨੀ ਨੇ ਜਦ ਹੀ ਪੇ ਕਰਤਾ, 1 ਲੱਖ ਰੁਪਇਆ ਬਚ ਗਿਆ। 1 ਲੱਖ ਤੇ ਵਿਆਜ ਵੀ ਪਊਗਾ ਕੰਪਨੀ ਨੂੰ, ਹੈ ਨਾ। 4 ਇੰਸਟਾਲਮੈਂਟਸ 'ਚ ਪੇਮੈਂਟ ਵੀ ਕਰੂਗੀ। ਹੁਣ ਦਿਮਾਗ 'ਚ ਇੱਕ ਗੱਲ ਬਿਠਾ ਲਓ ਕਿ 1 ਅਗਸਤ ਤੋਂ ਲੈ ਕੇ 6 ਮਹੀਨੇ ਕਦੋਂ ਬਣਦੇ ਆ? 31 ਜਨਵਰੀ। 31 ਜਨਵਰੀ ਨੂੰ ਨਾਲੇ ਤਾਂ ਕੰਪਨੀ ਨੂੰ ਵਿਆਜ ਪਊਗਾ, 6 ਮਹੀਨਿਆਂ ਦਾ ਵਿਆਜ ਕੰਪਨੀ ਨੇ ਦੇਣਾ, ਨਾਲੇ ਉਹਦੀ ਪੇਮੈਂਟ ਕਰਨੀ ਆ। ਸੋ ਕੰਪਨੀ ਨੂੰ 6 ਮਹੀਨੇ ਦਾ ਵਿਆਜ ਕਿੰਨਾ ਪਊਗਾ? ਇੱਥੇ ਕਿੰਨਾ ਆਊਗਾ? 31 ਜਨਵਰੀ 2018 ਨਹੀਂ 19 ਅਗਸਤ ਦੀ 18 ਹੁੰਦੀ, ਅਗਸਤ ਤਾਂ 18 'ਚ ਆ ਗਈ। ਹੁਣ ਅਗਲੀ ਜਨਵਰੀ ਕਦੋਂ ਆਊਗੀ? 19 ਚ ਆਊਗੀ। ਸੋ 31 ਜਨਵਰੀ 2019 ਬਾਏ ਇੰਟਰਸਟ ਕੰਪਨੀ ਕੋਲ ਕਿੰਨਾ ਰੁਪਈਆ ਪਿਆ? ਉਹਦੇ ਤੇ ਵਿਆਜ ਪੈਣਾ 1 ਲੱਖ ਰੁਪਈਆ। ਕਿੰਨੇ ਪਰਸੈਂਟ ਵਿਆਜ? 10%। 6 ਮਹੀਨਿਆਂ ਦਾ ਆਪਾਂ ਕੈਲਕੂਲੇਟ ਕਰਨਾ, 6/12 5,000 ਰੁਪਈਆ ਤੁਹਾਡਾ ਕੀ ਆ ਗਿਆ ਬੱਚੇ? ਇੰਟਰਸਟ ਆ ਗਿਆ। ਹੁਣ ਕੰਪਨੀ ਨੇ ਕਿੰਨੇ ਰੁਪਏ ਪੇ ਕਰਨੇ ਆ? ਕੰਪਨੀ ਨੇ ਕਰਨਾ 4 ਇੰਸਟਾਲਮੈਂਟਸ। ਕਿਹਨੂੰ? 1 ਲੱਖ ਨੂੰ। ਇੱਕ ਗੱਲ ਯਾਦ ਰੱਖਿਓ, ਜਿਹੜੀ ਇੰਸਟਾਲਮੈਂਟਸ ਆ ਉਹ ਸੇਮ ਰਹਿਣਗੀਆਂ, 25,000 25,000 25,000 25,000, ਕਿਉਂਕਿ ਉਹ ਤਾਂ ਕੰਪਨੀ ਨੇ ਦੇਣੇ ਆ। ਜਿਹੜੀ ਵਿਆਜ ਦਰ ਆ ਉਹ ਜਿੰਨਾ ਪੈਸਾ ਕੰਪਨੀ ਕੋਲੇ ਬਚਿਆ ਹੋਇਆ ਉਹਦੇ ਤੇ ਲੱਗੀ ਜਾਣਾ। ਜਿਵੇਂ ਪਹਿਲੀ 1 ਲੱਖ ਰੁਪਈਆ ਹਜੇ ਕੰਪਨੀ ਨੇ ਕੁਝ ਵੀ ਨਹੀਂ ਦਿੱਤਾ, ਤਾਂ 1 ਲੱਖ ਤੇ 10% 6 ਮਹੀਨਿਆਂ ਦਾ ਵਿਆਜ ਪੈ ਗਿਆ। ਕਿੰਨਾ ਬਣ ਗਿਆ ਇਹ? 5,000 ਰੁਪਈਆ। ਕਲੀਅਰ। ਸੋ ਆ 5,000 ਰੁਪਈਆ ਕੰਪਨੀ ਨੇ ਪੇ ਕਰਨਾ ਕਦੋਂ? 31 ਜਨਵਰੀ ਨੂੰ ਹੀ। ਯਾਦ ਰੱਖੋ ਨਾ, ਉਹੀ ਡੇਟਸ ਜੋ ਮੈਂ ਤੁਹਾਨੂੰ ਇੱਥੇ ਲਿਖਵਾਈਆਂ। ਇੱਕ ਤਾਂ 1 ਅਗਸਤ ਨੂੰ ਪੇਮੈਂਟ ਕਰਨੀ, ਇੱਕ 31 ਜਨਵਰੀ ਨੂੰ। ਹੁਣ 31 ਜਨਵਰੀ ਆ ਗਈ 2019 ਦੀ, ਆਪਾਂ ਪੇਮੈਂਟ ਕਰ ਦੇਣੀ ਆ। ਲਓ ਜੀ, ਕਿੰਨੀ ਪੇਮੈਂਟ ਕਰਨੀ ਆ? 25,000 ਤਾਂ ਜੋ ਦੇਣਾ ਹੀ ਦੇਣਾ, ਫਿਕਸ ਇੰਸਟਾਲਮੈਂਟ ਆ। ਤੇ ਬਾਕੀ ਜਿੰਨਾ ਵਿਆਜ ਬਣਿਆ ਉਦੋਂ ਤੱਕ ਦਾ ਉਹ 5,000 ਰੁਪਇਆ ਵਿਆਜ ਬਣਿਆ ਉਹ ਦੇ ਦੇਣਾ। ਸੋ ਆਪਣਾ 30,000 ਰੁਪਇਆ ਬਣ ਗਿਆ। ਹੁਣ ਇੱਕ ਗੱਲ ਯਾਦ ਰੱਖਿਓ, 2019 ਦੀ ਜਨਵਰੀ ਆ ਗਈ, ਮਾਰਚ ਨੂੰ ਆਪਣੇ ਖਾਤੇ ਕਲੋਜ਼ ਹੁੰਦੇ ਆ। ਸੋ ਆਪਾਂ ਆਪਣਾ ਖਾਤਾ ਕਲੋਜ਼ ਕਰ ਦੇਣਾ। ਹੁਣ ਖਾਤਾ ਕਲੋਜ਼ ਕਰਾਂਗੇ ਤਾਂ 2 ਮਹੀਨਿਆਂ ਦਾ ਵਿਆਜ ਹੋਰ ਬਣ ਜਾਣਾ। ਬੱਚੇ ਕਨਫਿਊਜ਼ ਨਾ ਹੋਇਓ, 2 ਮਹੀਨਿਆਂ ਦਾ ਵਿਆਜ ਹੋਰ ਬਣ ਜਾਣਾ ਨਾ ਟੀਜ਼ ਕੈਪੀਟਲ ਦਾ। 1 ਲੱਖ ਦੇ 1 ਲੱਖ ਤੋਂ 25,000 ਤਾਂ ਆਪਾਂ ਦੇਤਾ, ਹੁਣ 75,000 ਤੇ 2 ਮਹੀਨੇ ਦਾ ਵਿਆਜ ਬਣ ਜਾਣਾ। ਮੈਂ ਰਿਪੀਟ ਕਰ ਰਿਹਾ, 1 ਲੱਖ ਰੁਪਈਆ ਦੇਖੋ 1,21,000 ਸੀ, 21,000 ਪੇ ਆਊਟ ਕਰਤਾ, ਭੁੱਲ ਜਾਓ, ਬਸ 1 ਲੱਖ ਦੀ ਗੱਲ ਕਰਨੀ ਹੈ। 1 ਲੱਖ 'ਚ ਪੂਰਾ ਵਿਆਜ ਪਾਤਾ। 31 ਜਨਵਰੀ ਤੱਕ ਸਾਡਾ 1 ਲੱਖ ਪੂਰਾ ਖੜਾ ਸੀਗਾ 2019 ਤੱਕ, 6 ਮਹੀਨਿਆਂ ਦਾ, ਹੈ ਨਾ। ਸੋ ਆਪਾਂ ਪੇ ਆਊਟ ਕਰਤਾ, ਨਾਲ 25,000 ਰੁਪਇਆ ਦੇਤਾ, ਕਿਉਂਕਿ 6 ਮਹੀਨਿਆਂ ਬਾਅਦ ਅਸੀਂ ਪੇਮੈਂਟ ਕਰਨੀ ਹੈ। ਹੁਣ ਮਾਰਚ ਆ ਗਈ, ਮਾਰਚ ਨੂੰ ਆਪਾਂ ਕਲੋਜ਼ਿੰਗ ਕਰਨੀ ਹੈ ਅਕਾਊਂਟਸ ਦੀ। ਸੋ ਮਾਰਚ ਤੱਕ ਦਾ ਪਹਿਲਾਂ ਤਾਂ ਆਪਾਂ ਵਿਆਜ ਕੈਲਕੂਲੇਟ ਕਰਕੇ ਇੱਥੇ ਕਲੋਜ਼ਿੰਗ ਕਰ ਦਾਂਗੇ। ਮਾਰਚ ਤੱਕ ਦਾ ਵਿਆਜ ਕਿੰਨੇ ਤੇ ਪਊਗਾ? 75,000 ਤੇ। 1 ਲੱਖ ਤੇ ਨਹੀਂ ਪੈਣਾ, 1 ਲੱਖ ਚੋਂ 25,000 ਤਾਂ ਆਪਾਂ ਦੇਤਾ। ਬੱਚੇ ਦੋ ਚੀਜ਼ਾਂ ਨੇ ਇਹ, ਇੱਕ ਪਾਸੇ ਇੰਟਰਸਟ ਰੇਟ ਚੱਲੀ ਜਾਊ, ਇੱਕ ਪਾਸੇ ਜਿਹੜੀ ਉਹਦੀ ਅਮਾਊਂਟ ਆ ਉਹ ਚੱਲੀ ਜਾਊਗੀ। 1 ਲੱਖ ਚੋਂ 25,000 ਦੇਤਾ, 75,000 ਰਹਿ ਗਿਆ, ਤੇ 5,000 ਵਿਆਜ ਬਣੇ ਸੀ ਉਹਦੇ ਤਾਂ। ਸੋ 75,000 ਤੇ ਆਪਾਂ ਕੀ ਕਰਾਂਗੇ? ਇੰਟਰਸਟ ਲਾ ਦਾਂਗੇ। 75,000 ਤੇ 10% 2 ਮਹੀਨਿਆਂ ਦਾ, ਕਿਉਂਕਿ ਜਨਵਰੀ ਤੱਕ ਤਾਂ ਵਿਆਜ ਆਪਾਂ ਦੇ ਹੀ ਚੁੱਕੇ ਆ, 2 ਮਹੀਨਿਆਂ ਦਾ ਲਾ ਦਾਂਗੇ। ਸੋ ਇਹ ਕੀ ਬਣ ਜੂਗਾ? 1,250 ਰੁਪਏ। ਇਹਦੀ ਪੇਮੈਂਟ ਹਜੇ ਆਪਾਂ ਉਹਨੂੰ ਕੀਤੀ ਨਹੀਂ ਗੀ, ਇਹ ਗੱਲ ਯਾਦ ਰੱਖੀ। ਇਹ ਆਪਾਂ ਆਪਣੇ ਖਾਤੇ ਕਲੋਜ਼ ਕਰਨੇ ਸੀ, ਤਾਂ ਇਹਦਾ ਅਕਾਊਂਟ ਕਲੋਜ਼ ਕਰਨ ਲਈ ਆਪਾਂ ਦੇਖ ਲਿਆ ਵੀ ਇੱਥੇ ਤੱਕ ਆਹ ਸਾਲ 'ਚ ਸਾਡਾ 1,250 ਰੁਪਏ ਹੋਰ ਵਿਆਜ ਬਣ ਗਿਆ। ਸੋ ਆਪਾਂ ਬੈਲੈਂਸਿੰਗ ਕਰ ਦਾਂਗੇ। ਹਜੇ ਉਹਨੂੰ ਦੇਣ ਵਾਲੇ ਕਿੰਨੇ ਖੜੇ ਆ? 76,250 ਰੁਪਏ ਇਨਕਲੂਡਿੰਗ ਇੰਟਰਸਟ। ਕਲੀਅਰ। 76,250 ਰੁਪਏ। ਸੋ 76,250 ਰੁਪਏ ਮੈਂ 1 ਅਪ੍ਰੈਲ 2019 ਨੂੰ 1 ਅਪ੍ਰੈਲ 2019 ਨੂੰ ਟ੍ਰਾਂਸਫਰ ਕਰ ਲਏ। ਸੌਰੀ ਬੱਚੇ, 18 ਨਹੀਂ 19 ਆ, ਬਾਈ ਮਿਸਟੇਕ ਹੋ ਗਿਆ, ਇਹ 19 ਆ, ਇਹਨੂੰ ਯਾਦ ਰੱਖਿਓ। ਕਲੀਅਰ, ਇਹ 19 ਆ। ਆ ਦੇਖੋ ਮੈਂ ਇੱਥੇ ਲਿਖਤਾ 31 ਮਾਰਚ 2019 ਨੂੰ ਆਪਣਾ ਬੈਲੈਂਸ ਇੱਧਰ ਟ੍ਰਾਂਸਫਰ ਕਰ ਲਿਆ। ਠੀਕ ਹੈ ਜੀ, ਕਿੰਨਾ ਆ ਗਿਆ? 76,250 ਰੁਪਏ। ਨੈਕਸਟ, ਹੁਣ ਅਪ੍ਰੈਲ ਆਪਾਂ ਪੇਮੈਂਟ ਕਦੋਂ ਕਰਨੀ ਹੈ? ਜਾਂ ਤਾਂ ਅਗਸਤ 'ਚ ਜਾਂ 31 ਜਨਵਰੀ ਨੂੰ। ਹੁਣ ਕੀ ਆਊਗਾ? ਅਪ੍ਰੈਲ ਤੋਂ ਬਾਅਦ ਮਈ, ਜੂਨ, ਜੁਲਾਈ, ਅਗਸਤ। ਕਿਹੜੀ ਅਗਸਤ ਹੈ? 2019 ਦੀ। ਫਿਰ ਉਦੋਂ ਨਾਲੇ ਤਾਂ ਆਪਾਂ ਵਿਆਜ ਕੈਲਕੂਲੇਟ ਕਰਨਾ ਜਿੰਨਾ ਬਣਿਆ ਹੋਇਆ, ਨਾਲੇ ਆਪਾਂ ਪੇਮੈਂਟ ਕਰਨੀ ਆ। ਸੋ ਅਪ੍ਰੈਲ ਤੋਂ ਲੈ ਕੇ ਵਿਆਜ ਕੈਲਕੂਲੇਟ ਕਰੋਗੇ, ਕਿੰਨਾ ਬਣੂਗਾ? ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ ਨਹੀਂ ਲੈਣਾ ਕਿਉਂਕਿ 1 ਅਗਸਤ ਆ। ਸੋ 1 ਅਗਸਤ ਨੂੰ ਆਪਾਂ ਵਿਆਜ ਕੈਲਕੂਲੇਟ ਕੀਤਾ, ਕਿੰਨੇ ਤੇ ਕਰਨਾ? 75,000 ਤੇ। ਜਿਹੜੀ ਅਮਾਊਂਟ ਪੈਂਡਿੰਗ ਆ ਉਹਦੇ ਤੇ 1 ਲੱਖ ਦੀਆਂ 4 ਇੰਸਟਾਲਮੈਂਟਸ ਆ, 25,000 ਇੱਕ ਆਪਾਂ ਪੇ ਕਰਤੀ ਉੱਪਰ। ਸੋ 75,000 ਹੈਗਾ। 75,000 ਤੇ 10% 4 ਮਹੀਨੇ ਦਾ ਕੈਲਕੂਲੇਟ ਕਰਾਂਗੇ ਤਾਂ ਉਹ ਕਿੰਨਾ ਬਣ ਜੂਗਾ? 2,500 ਰੁਪਇਆ। ਕਲੀਅਰ। ਹੁਣ ਦੇਖੋ ਆਪਾਂ 1 ਅਗਸਤ ਨੂੰ ਪੇਮੈਂਟ ਕਰਨੀ ਆ, ਉਹਨੂੰ ਕਿੰਨੀ ਕਰਾਂਗੇ? ਇੱਕ ਤਾਂ ਜੀ ਸਾਡਾ 25,000 ਸਿੱਧਾ ਹੀ ਜਾਣਾ, ਤੇ ਬਾਕੀ 6 ਮਹੀਨਿਆਂ ਦਾ ਵਿਆਜ ਜਿਹੜਾ ਬਣ ਗਿਆ, 6 ਮਹੀਨਿਆਂ ਦਾ
ਚਾਰਾਂ ਦਾ ਤਾਂ ਅਸੀਂ ਆਹ ਕੈਲਕੂਲੇਟ ਕੀਤਾ, ਦੋਵਾਂ ਦਾ ਕਿੱਥੇ ਕੀਤਾ ਸੀ ਪਿਛਲੇ ਸਾਲ ਆ ਰਿਹਾ 1250 ਰੁਪਏ। 1250 ਆ ਦੇਣੇ ਆ ਤੇ 2500 ਰੁਪਏ ਆ ਦੇਣਾ। ਇਹ ਕੁਛ ਨਹੀਂ ਗਾ, ਬਸ ਇਹ ਕੰਬਾਈਨ ਆ। ਅਸਲ 'ਚ ਸਾਲ ਕਲੋਜ਼ ਕਰਤਾ ਕਰਕੇ ਆਪਾਂ ਉੱਥੇ 2 ਮਹੀਨਿਆਂ ਦਾ ਕੈਲਕੂਲੇਟ ਕਰ ਲਿਆ ਸੀ, ਅਦਰਵਾਈਜ਼ ਇਹ ਇਕੱਠਾ ਵੀ ਕਰ ਸਕਦੇ ਹਾਂ ਆਪਾਂ। 75,000 ਤੇ 10/100 ਲੈ ਕੇ 6/12 ਕਰੋਗੇ ਤਾਂ ਵੀ 1250 ਜਮਾ 2500 ਇੰਨੇ 3650 ਰੁਪਏ ਆ ਜਾਣਗੇ। ਸੋ ਆਪਾਂ ਇੱਥੇ ਕਿੰਨੀ ਪੇਮੈਂਟ ਕਰਨੀ ਉਹਨੂੰ? 25,000 ਤਾਂ ਉਹ ਦੇਣਾ ਤੇ 6 ਮਹੀਨਿਆਂ ਦਾ ਵਿਆਜ ਦੇਣਾ। 6 ਮਹੀਨਿਆਂ ਦਾ ਵਿਆਜ ਆਪਾਂ 2 ਹਿੱਸਿਆਂ 'ਚ ਕੈਲਕੂਲੇਟ ਕੀਤਾ, ਸੋ ਇੱਥੇ ਲਿਖ ਦਾਂਗੇ ਕਿੰਨਾ 25,000 ਤਾਂ ਜਿਹੜੀ ਉਹਦੀ ਅਮਾਊਂਟ ਦੇਣੀ ਆ 1 ਲੱਖ ਦੇ ਵਿੱਚੋਂ 1250 ਆਹ ਵਾਲਾ ਵਿਆਜ ਜਿਹੜਾ 2 ਮਹੀਨਿਆਂ ਦਾ ਕੈਲਕੂਲੇਟ ਕੀਤਾ ਸੀ ਪਲੱਸ 2500 ਰੁਪਏ ਆਹ ਵਾਲਾ, ਅਸੀਂ ਟੋਟਲ ਉਹਨੂੰ 28,750 ਰੁਪਏ ਦੇਤੀ। ਕਲੀਅਰ ਬੱਚੇ? ਸੋ 1 ਅਗਸਤ, ਬਟ ਆਪਣਾ ਜਿਹੜਾ ਖਾਤਾ ਕਲੋਜ਼ ਕਦੋਂ ਹੁੰਦਾ? 31 ਮਾਰਚ ਨੂੰ। 31 ਮਾਰਚ ਤੱਕ ਜਾਣ ਲਈ ਸਾਨੂੰ ਫੇਰ ਜਨਵਰੀ ਆ ਜਾਣੀ ਹੈ। 6 ਮਹੀਨਿਆਂ ਬਾਅਦ ਅਸੀਂ ਫੇਰ ਪੇਮੈਂਟ ਕਰਨੀ ਹੈ, ਸੋ ਜਨਵਰੀ ਆ ਜਾਊਗੀ। ਹੁਣ ਕਿੰਨੀ ਜਨਵਰੀ ਆਊ? ਇਹ 2019 ਸੀ, ਹੁਣ ਜਨਵਰੀ ਕਿੰਨੀ ਆਊਗੀ ਬੱਚੇ? 2020। ਕਲੀਅਰ? ਹੁਣ ਜਨਵਰੀ ਕਿੰਨੀ ਆਊਗੀ? 2020। ਲਓ ਜੀ 2020 ਜਨਵਰੀ ਨੂੰ ਪਹਿਲਾਂ ਮੈਂ ਵਿਆਜ ਕੈਲਕੂਲੇਟ ਕਰਨਾ ਪੂਰੇ 6 ਮਹੀਨਿਆਂ ਦਾ, ਕਿਉਂਕਿ ਅਗਸਤ ਤੱਕ ਦੀ ਪੇਮੈਂਟ ਮੈਂ ਕਰ ਚੁੱਕਿਆ। ਹੁਣ ਕਿੰਨੇ ਤੇ ਹੋਊਗਾ? ਹੁਣ ਕਿੰਨੇ ਤੇ ਵਿਆਜ ਕੈਲਕੂਲੇਟ ਹੋਊਗਾ ਬੱਚੇ? ਇਸ ਚੀਜ਼ ਨੂੰ ਧਿਆਨ 'ਚ ਰੱਖਿਓ ਆਪਣੇ ਦਿਮਾਗ ਦੇ ਵਿੱਚ। ਸੋ ਬੱਚੇ ਕਿੰਨੀ ਪੇਮੈਂਟ ਆਊਗੀ? ਦੇਖੋ ਅਗਸਤ ਲੰਘ ਗਈ ਨਾ, ਅਗਸਤ ਲੰਘ ਚੁੱਕੀ ਆ ਬੱਚੇ। ਹੁਣ ਉਸ ਤੋਂ ਬਾਅਦ ਆਪਾਂ ਪੇਮੈਂਟ ਕਰਨੀ ਆ। ਸੋ ਕਿੰਨੀ ਪੇਮੈਂਟ ਆਊਗੀ? ਅਗਸਤ ਤੋਂ ਬਾਅਦ ਕਦੋਂ ਪੇਮੈਂਟ ਕਰਨੀ ਆ ਆਪਾਂ? ਜਨਵਰੀ ਦੇ ਵਿੱਚ। ਜਨਵਰੀ ਕਿਹੜੀ 19 ਆ ਗਈ, ਉਸ ਤੋਂ ਬਾਅਦ ਜਨਵਰੀ ਆਊਗੀ ਉਹ 20 ਚ ਆਊਗੀ। ਸੋ 20 ਜਨਵਰੀ ਨੂੰ ਆਪਣਾ ਦੇਖੋ ਪੇਮੈਂਟ ਵੀ ਕਰਨੀ ਆ ਤੇ 6 ਮਹੀਨਿਆਂ ਦਾ ਵਿਆਜ ਵੀ ਦੇਣਾ। ਹੁਣ ਪੇਮੈਂਟ ਕਿੰਨੀ ਕਰਾਂਗੇ ਔਰ ਵਿਆਜ ਕਿੰਨੇ ਦੇ ਲਵਾਂਗੇ? ਸਭ ਤੋਂ ਪਹਿਲਾਂ ਵਿਆਜ ਕਿੰਨੇ ਦੇ ਲਵਾਂਗੇ ਇਸ ਚੀਜ਼ ਨੂੰ ਸਮਝੋ। ਇੱਥੋਂ ਸਮਝਣਾ ਸਟਾਰਟ ਕਰੋ। 1 ਲੱਖ ਸੀਗਾ, 1 ਲੱਖ ਚ ਆਪਾਂ 25,000 ਦੇ ਤਾਂ ਨੈਕਸਟ ਟਾਈਮ 75,000 ਤੇ ਵਿਆਜ ਲੱਗਿਆ ਸੀਗਾ। ਇੱਥੇ ਵੀ ਆਪਾਂ 25,000 ਹੋਰ ਦੇ ਚੁੱਕੇ ਆ ਅਗਸਤ ਤੋਂ ਬਾਅਦ। ਅਗਸਤ ਤੋਂ ਬਾਅਦ 25,000 ਤੋਂ ਬਾਅਦ ਕਿੰਨਾ? 75,000 ਤੋਂ ਬਾਅਦ ਕਿੰਨਾ ਰਹਿ ਜਾਊਗਾ? 50,000। ਸੋ ਆਪਣਾ ਵਿਆਜ ਕਿੰਨੇ ਤੇ ਲੱਗੂਗਾ ਬੱਚੇ? ਹੁਣ 50,000 ਦੇ ਉੱਪਰ ਕਿੰਨਾ? ਪੂਰਾ 6 ਮਹੀਨਿਆਂ ਦਾ। ਕਿਹੜੀ ਡੇਟ ਨੂੰ? 31 ਜਨਵਰੀ 2020 ਨੂੰ। ਬੱਚੇ ਯਾਦ ਰੱਖਿਓ, ਕਨਫਿਊਜ਼ ਨਾ ਹੋਇਓ। ਸੋ 50,000 ਦੇ ਉੱਪਰ 10% 6 ਮਹੀਨਿਆਂ ਦਾ ਵਿਆਜ ਲਵਾਂਗੇ, 2500 ਬਣੂਗਾ ਤੇ ਆਪਾਂ ਉਹਨੂੰ ਪੂਰੀ 6 ਮਹੀਨੇ ਬਾਅਦ ਆਪਣੀ ਕਿਹੜੀ ਇੰਸਟਾਲਮੈਂਟ ਆਊਗੀ? ਦੇਖੋ ਪਹਿਲੀ ਆ ਸੀ, ਦੂਸਰੀ ਆ ਸੀ, ਹੁਣ ਆਪਾਂ ਤੀਸਰੀ ਇੰਸਟਾਲਮੈਂਟ ਦੇਣੀ ਆ। 25,000 ਆਪਣੀ ਜਿਹੜੀ ਪ੍ਰਿੰਸੀਪਲ ਅਮਾਊਂਟ ਆ ਉਹ ਤਾਂ ਦੇਣੀ ਹੈ, ਚਾਰ ਹਿੱਸਿਆਂ 'ਚ ਵੰਡੀ ਹੋਈ ਜਿਹੜੀ, ਪਲੱਸ ਵਿਆਜ ਦੇਣਾ ਜਦੋਂ ਉਨੇ ਟਾਈਮ ਦਾ ਬਣ ਗਿਆ। ਅਗਸਤ ਤੱਕ ਦਾ ਦਿੱਤਾ ਹੋਇਆ, 6 ਮਹੀਨਿਆਂ ਦਾ 2500 ਰੁਪਏ ਸਿੱਧਾ ਹੋਰ ਬਣ ਜੂਗਾ। ਸੋ ਆਪਾਂ 2500 ਪਾ ਕੇ ਕੈਸ਼ ਪਲੱਸ 2500 ਰੁਪਇਆ 2750 ਰੁਪਏ ਦੇ ਦਾਂਗੇ। ਸੋ 31 ਜਨਵਰੀ ਤੋਂ ਬਾਅਦ ਹਜੇ ਤਾਂ ਅਸੀਂ 3 ਇੰਸਟਾਲਮੈਂਟਸ ਦਿੱਤੀਆਂ ਸੀਗੀਆਂ ਤੇ ਸਾਡਾ ਖਾਤਾ ਫਿਰ ਬੰਦ ਹੋਣ ਨੂੰ ਆ ਗਿਆ, ਕਿਉਂਕਿ ਸਾਡਾ ਸਾਲ ਐਂਡਿੰਗ ਆ ਗਈ, 31 ਮਾਰਚ ਆ ਗਈ। ਅਸੀਂ 31 ਮਾਰਚ ਤੱਕ ਇੰਟਰਸਟ ਫੇਰ ਕੈਲਕੂਲੇਟ ਕਰ ਦਾਂਗੇ। ਇਹ ਸੌਰੀ ਬੱਚੇ, ਇੱਥੇ ਫਿਰ ਆਪਣਾ ਇੰਟਰਸਟ ਕਿੰਨੇ ਤੇ ਬਣੂਗਾ ਇਸ ਚੀਜ਼ ਨੂੰ ਸਮਝੋ। 75,000 ਨਹੀਂ, ਇੱਥੇ ਕਿੰਨਾ ਆਊਗਾ? ਸੋ ਆਪਣਾ ਇੰਟਰਸਟ ਬੱਚੇ ਇੱਥੇ 75,000 ਨਹੀਂ 25,000 ਦਾ ਬਣੂਗਾ। ਦੇਖੋ 1 ਲੱਖ ਦੀ ਅਮਾਊਂਟ ਸੀਗੀ, 1 ਲੱਖ ਚੋਂ 25,000 ਆਪਾਂ ਇੱਥੇ ਪੇ ਕਰਤਾ, 75,000 ਆ ਗਿਆ, 75,000 ਤੋਂ 25,000 ਇੱਥੇ ਪੇ ਕਰਤਾ, 50,000 ਆ ਗਿਆ, 50,000 ਚੋਂ 25,000 ਇੱਥੇ ਪੇ ਕਰਤਾ। ਸੋ ਆਪਣਾ ਹੁਣ ਇੰਟਰਸਟ ਕਿੰਨੇ ਤੇ ਲੱਗਣਾ? ਪੈਂਡਿੰਗ ਅਮਾਊਂਟ 25,000 25,000 ਤੇ 10% 2 ਮਹੀਨਿਆਂ ਦਾ 417 ਰੁਪਏ। ਕਲੀਅਰ? ਸੋ ਇੱਥੇ ਆਪਣਾ ਇਹ 31 ਮਾਰਚ 2020 ਕਲੋਜ਼ਿੰਗ ਹੋ ਜੂਗੀ। ਕਲੋਜ਼ਿੰਗ ਕਰ ਦੋਗੇ ਬਾਏ ਬੈਲੈਂਸ, ਮਤਲਬ 25,417 ਰੁਪਏ ਆਪਣੇ ਦੇਣ ਵਾਲੇ ਖੜੇ ਆ। ਹੁਣ ਇੱਕ ਗੱਲ ਯਾਦ ਰੱਖਿਓ, ਆਪਣੇ ਇੰਸਟਾਲਮੈਂਟਸ ਕਿੰਨੀਆਂ ਗਈਆਂ ਸੀ? ਉਹਨੇ 4 ਤੇ 3 ਆਪਾਂ ਦੇ ਚੁੱਕੇ ਆ। ਚੌਥੀ ਇੰਸਟਾਲਮੈਂਟ ਆਪਾਂ ਕਦੋਂ ਦੇਣੀ ਆ? 1 ਅਗਸਤ ਨੂੰ। ਤਾਂ 1 ਅਗਸਤ ਲਈ ਆਪਾਂ ਨੂੰ ਪਹੁੰਚਣ ਲਈ ਆਪਾਂ ਨੂੰ ਇੱਥੇ ਫਿਰ ਬੈਲੈਂਸ ਪਾਉਣਾ ਪੈਣਾ। 1 ਅਪ੍ਰੈਲ 2019 ਨੂੰ ਸਾਡਾ ਬੈਲੈਂਸ ਕਿੰਨਾ ਸੀਗਾ? 25,417 ਰੁਪਏ ਇੱਥੋਂ ਟ੍ਰਾਂਸਫਰ ਹੋ ਗਏ ਤੇ ਅਗਸਤ ਤੱਕ ਆਪਾਂ ਨੂੰ ਇੰਟਰਸਟ ਵੀ ਤਾਂ ਕੈਲਕੂਲੇਟ ਕਰਨਾ ਪੈਣਾ। ਸੋ ਆਪਾਂ ਇੱਥੇ ਕੀ ਆ ਉਹਦਾ ਇੰਟਰਸਟ ਕੈਲਕੂਲੇਟ ਕਰ ਦਾਂਗੇ। ਇੰਟਰਸਟ ਕਿੰਨੇ ਰੁਪਏ ਤੇ, ਕਿੰਨੀ ਅਮਾਊਂਟ ਤੇ? 25,000 ਤੇ, ਕਿਉਂਕਿ 25,000 ਹੀ ਦੇਣ ਵਾਲਾ ਰਹਿ ਗਿਆ ਨਾ। ਸੋ 25,000 ਦੇ ਉੱਪਰ ਆਪਾਂ 10% 4 ਮਹੀਨੇ ਦੇ, ਕਿਉਂਕਿ 2 ਮਹੀਨੇ ਦਾ ਆਪਾਂ ਇੱਥੇ ਕੈਲਕੂਲੇਟ ਕਰ ਚੁੱਕੇ ਹਾਂ। ਕਲੀਅਰ? ਇਹ ਟੁੱਟਵਾਂ ਹੋ ਜਾਂਦਾ ਕਿਉਂਕਿ ਆਪਣੇ ਉਹ ਐਂਡਿੰਗ ਆ ਜਾਂਦੀ, ਈਅਰ ਐਂਡਿੰਗ ਆ ਜਾਂਦੀ ਹੈ। ਸੋ 25 ਇਹ 2 ਮਹੀਨੇ ਦਾ ਆ ਰਿਹਾ, 4 ਮਹੀਨੇ ਦਾ ਆ ਟੋਟਲ ਕਰਕੇ ਆਪਾਂ ਉੱਥੇ ਨੂੰ ਪੇਮੈਂਟ ਕਰ ਦਾਂਗੇ। ਔਰ ਕਿੰਨੀ ਪੇਮੈਂਟ ਕਰਾਂਗੇ? ਪੂਰੀ 25,000 ਪਲੱਸ 25,000 ਤਾਂ ਦੇਣੇ ਦੇਣਾ, ਚੌਥੀ ਇੰਸਟਾਲਮੈਂਟ ਲਾਸਟ ਆ, ਔਰ ਪਲੱਸ ਜਿੰਨਾ ਆਪਣਾ ਵਿਆਜ ਆ। ਵਿਆਜ ਕਿੰਨਾ? 833 ਰੁਪਏ ਆ ਤੇ 2,417 ਰੁਪਏ ਆ। ਸੋ ਆਪਾਂ ਕੀ ਉਹਨੂੰ ਪੇਮੈਂਟ ਕਰ ਦਾਂਗੇ ਤੇ ਆਪਣਾ ਉਹਦਾ ਹਿਸਾਬ ਕਿਤਾਬ ਜਿਹੜਾ ਉਹ ਕੰਪਲੀਟ ਹੋ ਜਾਊਗਾ ਬੱਚੇ। ਸੋ ਇਹ ਤਾਂ ਸੀਗਾ ਪਾਰਟਨਰ ਐਗਜ਼ੀਕਿਊਟਿਵ ਅਕਾਊਂਟ। ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਬੜੀ ਕਲੀਅਰ ਕਰਨਾ, ਇਹ ਮੈਂ ਕੈਲਕੂਲੇਟ ਕਰ ਰਿਹਾ ਤਾਂ ਤੁਹਾਨੂੰ ਬੜਾ ਈਜ਼ੀ ਲੱਗਦਾ ਹੋਊਗਾ, ਬਟ ਇਹਦੇ ਵਿੱਚ ਜੋ ਤੁਸੀਂ ਕਰਕੇ ਦੇਖੋਗੇ ਡੇਟਸ 'ਚ ਕਨਫਿਊਜ਼ ਹੋ ਜਾਓਗੇ। ਮੈਂ ਸ਼ਾਰਟ ਦੇ ਵਿੱਚ ਤੁਹਾਨੂੰ ਜਲਦੀ ਜਲਦੀ ਰਿਮਾਈਂਡ ਕਰਵਾਉਣਾ ਕਿ 1 ਅਗਸਤ ਨੂੰ ਬੰਦਾ ਡੈਥ ਹੋਈ,
ਉਸ ਤੋਂ ਐਗਜ਼ੈਕਟਲੀ 6 ਮਹੀਨਿਆਂ ਬਾਅਦ ਆਪਾਂ ਨੂੰ ਵਿਆਜ ਤੇ ਉਹਦੀ ਪ੍ਰਿੰਸੀਪਲ ਅਮਾਉਂਟ ਜਿੰਨਾ ਉਹਨੇ ਆਪਾਂ ਨੂੰ ਹਿੱਸਾ ਕਿਹਾ, ਜਿਵੇਂ ਚੌਥਾ ਹਿੱਸਾ 4 ਹਿੱਸਿਆਂ 'ਚ ਵੰਡਣਾ, ਤਾਂ 1,21,000 ਸੀ, 21,000 ਰੁਪਏ ਇਮੀਡੀਏਟਲੀ ਦਿੱਤਾ, 1 ਲੱਖ ਰਹਿ ਗਿਆ, 1 ਲੱਖ ਨੂੰ 4 ਹਿੱਸਿਆਂ 'ਚ ਵੰਡਤਾ, 25,000 ਰੁਪਇਆ। ਐਗਜ਼ੈਕਟਲੀ ਉਹਦੀ ਡੈਥ ਤੋਂ 6 ਮਹੀਨਿਆਂ ਬਾਅਦ ਮਤਲਬ 31 ਜਨਵਰੀ ਨੂੰ ਆਪਾਂ ਉਹਨੂੰ 25,000 ਰੁਪਇਆ ਦੇਣਾ ਸਣੇ ਵਿਆਜ। ਵਿਆਜ ਕੀ ਤੇ ਲੱਗਣਾ? ਜਿੰਨੀ ਪੂਰੀ ਅਮਾਊਂਟ ਆਪਣੀ 1 ਲੱਖ ਤੇ, ਠੀਕ ਹੈ ਜੀ। ਜਦੋਂ ਆਪਾਂ ਨੂੰ ਪੇਮੈਂਟ ਕਰਤੀ ਫਿਰ 75 ਰਹਿ ਜਾਊਗਾ, ਫਿਰ 75,000 ਦੇ ਹਿਸਾਬ ਨਾਲ ਪੇਮੈਂਟ ਇੰਟਰਸਟ ਲੱਗਣਾ, ਫਿਰ 25 ਹਿਸਾਬ ਨਾਲ, 50 ਹਿਸਾਬ ਨਾਲ। ਸੋ ਇਹ ਇੱਕ ਮੈਥਡ ਆ। ਡੇਟਸ ਨੂੰ ਬੱਚੇ ਇੱਕ ਵਾਰ ਕਾਪੀ ਤੇ ਲਿਖ ਲਿਓ ਇਹ ਕੁਐਸਚਨ ਨੂੰ, ਫਿਰ ਸੋਲਵ ਕਰਨ ਦੀ ਕੋਸ਼ਿਸ਼ ਜ਼ਰੂਰ ਕਰਿਓ, ਔਰ ਇਹਨੂੰ ਪਹਿਲਾਂ ਇਹੀ ਕੁਐਸਚਨ ਨੂੰ ਸੋਲਵ ਕਰਿਓ, ਫਿਰ ਅੱਗੇ ਹੋਰ ਕੁਐਸਚਨਸ ਨੂੰ ਟਰਾਈ ਕਰਿਓ। ਤੁਹਾਡੇ ਕੁਐਸਚਨਸ ਜ਼ਰੂਰ ਨਿਕਲਣਗੇ, ਕਨਫਿਊਜ਼ ਨਾ ਹੋਇਓ। ਜੇ ਕੋਈ ਕਨਫਿਊਜ਼ਨ ਹੋਈ ਬੱਚੇ ਸੋ ਮੈਨੂੰ ਪੁੱਛ ਸਕਦੇ ਹੋ ਆਈਦਰ ਕਮੈਂਟ ਕਰਕੇ ਥੱਲੇ, ਠੀਕ ਹੈ ਜੀ, ਆਈਦਰ ਥਰੂ ਕਾਲ ਤੁਸੀਂ ਮੈਨੂੰ ਕਦੇ ਵੀ ਕੰਟੈਕਟ ਕਰਕੇ ਇਸ ਚੀਜ਼ ਨੂੰ ਕਲੀਅਰ ਕਰ ਸਕਦੇ ਹੋ। ਇਹ ਬੜਾ ਇੰਪੋਰਟੈਂਟ ਟੌਪਿਕ ਆ। ਜੇ ਡੈਥ ਆਫ ਪਾਰਟਨਰਸ ਦੇ ਵਿੱਚੋਂ ਕੁਐਸਚਨਸ ਆਉਂਦੇ ਨੇ ਤਾਂ ਐਗਜ਼ੀਕਿਊਟਰ ਅਕਾਊਂਟ ਜਾਂ ਲੋਨ ਅਕਾਊਂਟ ਬਣਾਉਣਾ ਆਉਂਦਾ, ਔਰ ਦੋਨਾਂ 'ਚ ਕੋਈ ਫਰਕ ਨਹੀਂ ਗਾ। ਕਲੀਅਰ? ਆਈ ਹੋਪ ਤੁਹਾਨੂੰ ਇਹ ਚੀਜ਼ ਸਮਝ ਲੱਗ ਗਈ ਹੋਊਗੀ। ਥੈਂਕ ਯੂ ਸੋ ਮਚ ਬੱਚੇ, ਗॉड ਬਲੈਸ ਯੂ ਆਲ। ਇਸ ਚੀਜ਼ ਦਾ ਧਿਆਨ ਰੱਖਿਓ, ਅੱਗੇ ਤੋਂ ਜੇ ਕੋਈ ਵੀ ਪ੍ਰੋਬਲਮ ਆ ਕਦੇ ਵੀ ਪੁੱਛ ਸਕਦੇ ਹੋ। ਥੈਂਕ ਯੂ।